ਬੜੀ ਸਾਫ਼ ਤੇ ਸਪਸ਼ਟ ਗੱਲ ਹੈ ਵੀ ਮੋਦੀ ਸਰਕਾਰ ਦੇ ਮੂਹਰੇ ਇਸ ਵਕਤ ਚੁਣੌਤੀਆਂ ਦਾ ਪਹਾੜ ਆ। ਉਹਨਾਂ ਨੇ ਵੀ ਕਿਸਾਨਾਂ ਨੇ ਮੂਹਰੇ ਖੜਾ ਕੀਤਾ। ਤੁਹਾਡੀ ਪੇਸ਼ ਨਹੀਂ ਚੱਲਦੀ। ਤੁਸੀਂ ਕਈ ਵਾਰ ਇੰਟਰਵਿਊ ਦੇ ਵਿੱਚ ਕਿਹਾ ਬੋਲਣ ਨਾਲੋਂ ਚੁੱਪ ਚੰਗੇਰੀ ਤੇ ਚੁੱਪ 'ਚ ਹੈ ਸੋ ਪਰਦਾ। ਫਿਰ ਕਦੇ ਨਾ ਕਦੇ ਤੁਸੀਂ ਦਬਾਅ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਯਾਰ ਮੇਰੇ ਦਿਲੋਂ ਜਾਨ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਉਹ ਤਾਂ ਇੱਥੇ ਵਿਰ-ਵਿਰ ਕਰਦੇ ਆ, ਠਾਰੀ ਦੇ ਵਿੱਚ ਲਗਾਤਾਰ ਜਹਾਨੋਂ ਜਾ ਰਹੇ ਆ। 80 ਮੌਤਾਂ ਹੋ ਗਈਆਂ, ਆਪਾਂ ਕਿੰਨੇ ਕੁ ਹੋਰ 80 ਮਾਰਨੇ ਆ? ਲੈਕਚਰ ਨਾ ਕਰੋ। ਕੀ ਮੰਨਦੇ ਹੋ ਕਿਹੜੇ ਕਾਰਨਾਂ ਕਰਕੇ ਤੁਹਾਡੀਆਂ ਕੋਸ਼ਿਸ਼ਾਂ ਫੇਲ ਹੁੰਦੀਆਂ ਰਹੀਆਂ? ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ, ਇਹ ਮਤ ਸੋਚੋ ਗੱਲ ਕੌਣ ਕਰ ਰਿਹਾ, ਇਹ ਸੋਚੋ ਕਿ ਗੱਲ ਕੀ ਕਰ ਰਿਹਾ। ਚਲੋ ਤੁਸੀਂ ਜਿਹੜੇ ਆਪਣੇ ਤੋਂ ਜੂਨੀਅਰ ਆ, ਜਿਹੜੇ ਪੰਜਾਬ ਦੇ ਵਿੱਚ ਬੈਠੇ ਆ, ਉਹਨਾਂ ਨੂੰ ਤਾਂ ਕਦੇ ਸਮਝਾਏ ਹੋਣਾ ਵੀ ਯਾਰ ਇਉਂ ਨਹੀਂ ਕਰਨਾ ਚਾਹੀਦਾ। ਆਪਾਂ ਫੋੜਾ ਛਿੱਲਣ ਦਾ ਕੰਮ ਕਿਹੜੀ ਗੱਲੋਂ ਕਰਦੇ ਆ? ਜੇ ਕੋਈ ਵਾਦ ਵਿਵਾਦ ਆ ਉਹ ਸੰਵਾਦ ਨਾਲ ਖਤਮ ਹੋ ਸਕੇ। ਪੰਜਾਬ ਦੇ ਕਿਸਾਨ ਵਰਗ ਦੇ ਵੱਲੋਂ ਬਾਕੀ ਭਾਜਪਾਈ ਨੇਤਾਵਾਂ ਦੇ ਵਾਂਗ ਤੁਹਾਡਾ ਵੀ ਵਿਰੋਧ ਕੀਤਾ ਜਾਂਦਾ। ਹਾਂਜੀ, ਤੁਹਾਡੇ ਘਰ ਦੇ ਮੂਹਰੇ ਆ ਕੇ ਧਰਨਾ ਵੀ ਲਾਉਂਦੇ ਆ, ਪੁਤਲੇ ਫੂਕਣ ਦੀ ਗੱਲ ਵੀ ਹੁੰਦੀ ਆ। ਜ਼ਿੰਦਾ ਜ਼ਿੰਦਾਬਾਦ ਦੀ ਤਾਂ ਨਾ ਉਮੀਦ ਰੱਖੋ, ਮੁਰਦਾਬਾਦ ਕਹੋ ਰੱਜ ਕੇ, ਜੋ ਮਰਜ਼ੀ ਕਰੋ। ਕੁਝ ਇੱਕ ਲੀਡਰ ਇਹੋ ਜਿਹੇ ਨੇ ਬੀਜੇਪੀ ਦੇ ਜਿਹੜੇ ਜਦੋਂ ਬੋਲਦੇ ਨੇ ਉਹ ਕੌੜਾ ਹੀ ਬੋਲਦੇ ਨੇ, ਔਰ ਉਹਨਾਂ ਦੇ ਕਰਖਤਪੁਣੇ ਦਾ ਕਰਕੇ, ਉਹਨਾਂ ਦੇ ਕੌੜੇਪਨ ਦਾ ਕਰਕੇ ਲੋਕਾਂ ਦੇ ਵਿੱਚ ਗੁੱਸਾ ਹੋਰ ਜ਼ਿਆਦਾ ਪ੍ਰਚੰਡ ਹੋ ਰਿਹਾ ਹੈ। ਤੁਸੀਂ ਇਹ ਮੰਨਦੇ ਹੋ ਵੀ ਇਹ ਉਹਨਾਂ ਦੀ ਗਲਤੀ ਹੈ ਕਿ ਉਹ ਇੰਨਾ ਕੌੜਾ ਇਦਾਂ ਲੋਕਾਂ ਨੂੰ ਇੱਕਦਮ ਕਰਖਤ ਹੋ ਕੇ ਬੋਲਦੇ ਨੇ? ਮੈਂ ਇਹ ਕਹਾਂਗਾ ਕਿ ਉਹ ਗੱਲ ਨਾ ਕਰੋ ਜਿਹੜਾ ਕਿਸੇ ਦਾ ਦਿਲ ਦੁਖਾਵੇ ਜਾਂ ਬਲਦੀ ਤੇ ਤੇਲ ਪਵੇ। ਜਿਹੜੇ ਤੋਮਰ ਸਾਹਿਬ ਆ ਉਹਨਾਂ ਨੇ ਭੇਜਿਆ ਜੀ ਆਪਣਾ ਸਿਪਾਹੀ ਬਣਾ ਕੇ ਵੀ ਚਲੋ ਜੀ ਬਾਕੀਆਂ ਵਾਂਗੂ ਤੁਸੀਂ ਵੀ ਇਸ ਗੱਲ ਦਾ ਪ੍ਰਚਾਰ ਕਰੋ। ਬੀਜੇਪੀ ਵੈਸੇ ਵੀ ਇਹ ਗੱਲ ਕਹਿਣੀ ਵੀ 300 ਦੇ ਕਰੀਬ ਅਸੀਂ ਰੈਲੀ ਕਰਨੀ ਆ, ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਵਾੜ ਕੇ ਆਵਾਂਗੇ। ਮੈਂ ਤਾਂ ਕਦੀ ਕੋਈ ਐਸਾ ਲਫ਼ਜ਼ ਨਹੀਂ ਕਿਹਾ ਜਿਹੜਾ ਕਿਸਾਨ ਔਰ ਕਿਸਾਨੀ ਦੇ ਖਿਲਾਫ ਹੋਵੇ। ਵੱਡੇ ਸੀ ਪਰਚੇ, ਵੰਡਾ ਦਿੱਤੇ ਗਏ ਜਾਂ ਬਣਾ ਦਿੱਤੇ ਗਏ? ਉਹ ਵੰਡੇ ਗਏ ਪਰਚੇ, ਲੇਕਿਨ ਜਿਹੜੀ ਅਖਬਾਰਾਂ 'ਚ ਖਬਰ ਆਈ ਮੇਰੇ ਹਵਾਲੇ ਨਾਲ ਕਿ ਮੈਂ ਬੋਲ ਰਿਹਾ ਇਸ ਤਰ੍ਹਾਂ ਇੱਕ ਲਫ਼ਜ਼ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਅੱਜ ਆਪਣੇ ਕੋਲ ਸਾਂਝਾ ਮਾਈਕ ਹੈ ਤੇ ਸਾਂਝੀ ਗੱਲਬਾਤ ਕਰਾਂਗੇ। ਦੇਖੋ ਜੀ, ਚਲੋ ਚੰਗੀ ਗੱਲ ਆ, ਸਾਡੇ ਕੋਲੇ ਮਾਈਕ ਸਾਂਝਾ ਜੀ। ਇੱਥੇ ਸਰਕਾਰਾਂ ਸਾਂਝੀਆਂ ਬਣ ਜਾਂਦੀਆਂ, ਅਸੀਂ ਸਾਂਝੇ ਤੌਰ ਦੇ ਉੱਤੇ ਪ੍ਰੋਗਰਾਮ ਕਿਉਂ ਨਹੀਂ ਕਰ ਸਕਦੇ ਜੀ? ਬਿਲਕੁਲ। ਦੂਜੀ ਗੱਲ ਇਹ ਆ ਕਿ ਹਰਮਨ ਜੀ, ਇਸ ਵਕਤ ਜਦੋਂ ਅਸੀਂ ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ, ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਅੰਦੋਲਨ ਦੀ ਕਵਰੇਜ ਕਰ ਰਹੇ ਆ, ਪ੍ਰੋਗਰਾਮ ਸੰਬੰਧਿਤ ਪੇਸ਼ ਕਰ ਰਹੇ ਆ, ਉਸ ਵਕਤ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਚੇਤੇ ਦੀ ਚੰਗੇਰ ਦੇ ਵਿੱਚ ਵੀ ਭਾਈ ਕਿਹੜੇ-ਕਿਹੜੇ ਰਾਜਨੀਤਿਕ ਲੋਕਾਂ ਦਾ ਵਿਰੋਧ ਹੋ ਰਿਹਾ, ਕਿਹੜੇ-ਕਿਹੜੇ ਰਾਜਨੀਤਿਕ ਲੋਕਾਂ ਦੀ ਕਿਹੜੀ-ਕਿਹੜੀ ਭੂਮਿਕਾ, ਲੋਕ ਕਿਹਦੇ ਬਾਰੇ ਕੀ ਸੋਚਦੇ ਆ, ਕਿਉਂ ਸੋਚਦੇ ਆ, ਕਿੱਥੇ ਸੋਚਦੇ ਆ, ਕਿਹਦੇ ਨਾਲ ਮਿਲ ਕੇ ਸੋਚਦੇ ਆ। ਉਹਨਾਂ ਦੇ ਵਿੱਚੋਂ ਇੱਕ ਹੰਸਰਾਜ ਹੰਸ ਨੇ। ਹੰਸਰਾਜ ਹੰਸ ਨੂੰ ਅਸੀਂ ਗਾਇਕ ਦੇ ਤੌਰ ਦੇ ਉੱਤੇ ਸਾਰੇ ਦੁਨੀਆ ਭਰ ਦੇ ਵਿੱਚ ਜਾਣਦੇ ਆ। ਇਸ ਵਕਤ ਸੰਸਦ ਮੈਂਬਰ ਨੇ ਦਿੱਲੀ ਤੋਂ। ਉਹਨਾਂ ਦਾ ਇਸ ਅੰਦੋਲਨ ਦੇ ਨਾਲ ਕੀ ਪ੍ਰਭਾਵ ਜੁੜਿਆ, ਉਹਨਾਂ ਦਾ ਵਿਰੋਧ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਹੋਇਆ, ਉਹ ਇਸ ਅੰਦੋਲਨ ਦੇ ਬਾਰੇ ਕੀ ਕੁਝ ਸੋਚਦੇ ਆ, ਉਹਨਾਂ ਨੇ ਕਿਹੜੇ-ਕਿਹੜੇ ਨੁਕਤੇ ਆ। ਉਹਨਾਂ ਨੇ ਕਈ ਵਾਰ ਹੁਣ ਤੱਕ ਇਹ ਗੱਲ ਵੈਸੇ ਰੱਖੀ ਆ ਕਿ ਅਸੀਂ ਭਾਈ ਕੋਸ਼ਿਸ਼ਾਂ ਕੀਤੀਆਂ ਕਿ ਮਸਲਾ ਹੱਲ ਹੋ ਜੇ। ਉਹ ਕਿਉਂ ਹਰ ਵਾਰ ਅਸਫਲ ਹੁੰਦੇ ਰਹੇ ਆ? ਕੀ ਸੱਚੀ ਮੁੱਚੀ ਇਹ ਦਿਲੀ ਤੌਰ ਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਗਈਆਂ? ਆਪਾਂ ਹਰ ਗੱਲ ਆ ਜਿਹੜੀ ਉਹ ਵਿਸਥਾਰ ਦੇ ਵਿੱਚ ਜਰਨੀ ਹੈ। ਬਿਲਕੁਲ ਸਹੀ। ਤੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲਈਏ। ਬਿਲਕੁਲ। ਹੰਸਪਾ ਜੀ, ਸਤਿ ਸ੍ਰੀ ਅਕਾਲ। ਠੀਕ ਠਾਕ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਦੇ ਵਿੱਚੋਂ? ਹਾਂਜੀ, ਕਿਰਪਾ ਜੀ। ਸਭ ਤੋਂ ਪਹਿਲੇ ਤਾਂ ਗੱਲ ਇਹੀ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਅੰਦੋਲਨ ਭਖਿਆ ਹੋਇਆ, ਜਿਵੇਂ ਲਗਭਗ 2 ਮਹੀਨੇ ਹੋ ਗਏ ਆ, ਬਿਲਕੁਲ ਤੁਹਾਡੇ ਮੁੱਢ ਦੇ ਵਿੱਚ ਆ। ਤੁਸੀਂ ਜਿੱਥੇ ਇਸ ਵਕਤ ਵਸੇਬਾ ਕੀਤਾ ਹੋਇਆ ਦਿੱਲੀ ਦੇ ਵਿੱਚ, ਇਹ ਟਿੱਕਰੀ ਬਾਰਡਰ ਵੀ ਤੁਹਾਡੇ ਖੇਤਰ ਦੇ ਵਿੱਚ ਆਉਂਦਾ ਤੇ ਸਿੰਘੂ ਬਾਰਡਰ ਵੀ ਤੁਹਾਡੇ ਖੇਤਰ ਦੇ ਵਿੱਚ ਆਉਂਦਾ। ਪੰਜਾਬ ਤੋਂ, ਹਰਿਆਣੇ ਤੋਂ, ਵੱਖ-ਵੱਖ ਥਾਵਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਵੀਰ ਭੈਣਾਂ ਆ ਕੇ ਬੈਠੇ ਆ। ਜਦੋਂ ਉਹਨਾਂ ਨੂੰ ਦੇਖਦੇ ਆ, ਅੰਦਰ ਪੀੜ ਉੱਠਦੀ ਆ ਕਿ ਨਹੀਂ? ਪੀੜ ਦੀ ਸ਼ਿੱਦਤ, ਡਿਗਰੀ, ਇੰਟੈਂਸਿਟੀ ਜੇ ਨਾਪਣ ਲੱਗੀਏ ਤੇ ਬੇਇੰਤਹਾ ਹੈ, ਔਰ ਦਿਲ ਕੋਈ ਪਾੜ ਕੇ ਦਿਖਾ ਨਹੀਂ ਸਕਦਾ। ਇਹ ਦਰਦ ਸਾਡਾ ਸਾਰਿਆਂ ਦਾ ਸਾਂਝਾ ਆ। ਜਿੰਨੀ ਸ਼ਿੱਦਤ ਨਾਲ ਸਾਰੇ ਮਹਿਸੂਸ ਕਰਦੇ, ਉਨੀ ਸ਼ਿੱਦਤ ਨਾਲ ਮੈਂ ਵੀ ਕਰਦਾ ਹਾਂ। ਕਿਉਂਕਿ ਮੈਂ ਜਿਉਂਦਾ ਹਾਂ, ਮੈਂ ਥੋੜ੍ਹਾ ਜਿਹਾ ਜਾਗਦਾ ਵੀ ਹਾਂ, ਔਰ ਮੈਂ ਅਹਿਸਾਸਮੰਦ ਬੰਦਾ ਵੀ ਹਾਂ।
ਜਿਹੜਾ ਅਹਿਸਾਸਮੰਦ ਬੰਦਾ ਉਹ ਕੋਸ਼ਿਸ਼ ਨਹੀਂ ਕਰਦਾ ਹੁੰਦਾ, ਕੁਦਰਤੀ ਉਹਦੇ ਦਰਦ ਹੁੰਦਾ ਹੀ ਹੈ ਦਿਲ 'ਚ। ਇਹ ਸਾਡਾ ਸਾਰਿਆਂ ਦਾ ਇੱਕੋ ਹੀ ਹੈਗਾ, ਆਪਾਂ ਦੁੱਖ ਸੁੱਖ ਦੇ ਸਾਂਝੀ ਹਾਂ। ਬੇਸ਼ੱਕ ਮੈਂ ਜਿੱਥੇ ਮਰਜ਼ੀ ਬੈਠਾ, ਮੈਂ ਹਮੇਸ਼ਾ ਜੁੜਿਆ ਰਿਹਾ, ਔਰ ਮੈਂ ਜਿਵੇਂ ਤੁਸੀਂ ਪੁੱਛਿਆ ਮੈਂ ਵੀ ਉਸੇ ਤਰ੍ਹਾਂ ਦਰਦ ਮਹਿਸੂਸ ਕਰਦਾ ਜਿੱਦਾਂ ਸਾਰਾ ਜਹਾਨ ਹੈ। ਜਦੋਂ ਕਿਸੇ ਵੀ ਲੋਕ ਸਭਾ ਜਾਂ ਵਿਧਾਨ ਸਭਾ ਖੇਤਰ ਦੇ ਵਿੱਚ ਆ ਕੇ ਕੋਈ ਅੰਦੋਲਨ ਛੇੜਿਆ ਜਾਂਦਾ, ਵਿਰੋਧਤਾ ਹੁੰਦੀ ਹੈ ਸਰਕਾਰ ਦੇ ਫੈਸਲਿਆਂ ਦੀ, ਜਿਵੇਂ ਕਿ ਹੁਣ ਹੋ ਰਹੀ ਹੈ, ਕਿਸਾਨ ਭਾਈਚਾਰਾ ਜਿਹੜਾ ਉਹ ਅਸਹਿਮਤ ਆ। ਕੱਲੀ ਗੱਲ ਹੈ ਜਿਹੜੀ ਉਹ ਇਸ ਵਕਤ ਵਿਆਹ ਵਰਗੀ ਲੱਗਦੀ ਹੈ। ਬੜੀ ਸਾਫ਼ ਤੇ ਸਪਸ਼ਟ ਗੱਲ ਹੈ ਵੀ ਮੋਦੀ ਸਰਕਾਰ ਦੇ ਮੂਹਰੇ ਇਸ ਵਕਤ ਚੁਣੌਤੀਆਂ ਦਾ ਪਹਾੜ ਆ। ਉਹਨਾਂ ਨੇ ਵੀ ਕਿਸਾਨਾਂ ਨੇ ਮੂਹਰੇ ਖੜਾ ਕੀਤਾ, ਤੁਹਾਡੀ ਪੇਸ਼ ਨਹੀਂ ਚੱਲਦੀ। ਤੁਸੀਂ ਕਈ ਵਾਰ ਇੰਟਰਵਿਊ ਦੇ ਵਿੱਚ ਕਿਹਾ, ਪਰ ਜਦੋਂ ਉਹ ਤੁਹਾਡੀ ਬਤੌਰ ਗਾਇਕ, ਬਤੌਰ ਸੂਫੀ, ਬਤੌਰ MP ਕਦਰ ਵੀ ਕਰਦੇ ਹੋਣਗੇ, ਤਾਂ ਫਿਰ ਕਦੇ ਨਾ ਕਦੇ ਤੁਸੀਂ ਦਬਾਅ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਯਾਰ ਮੇਰੇ ਦਿਲੋਂ ਜਾਨ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਉਹ ਤਾਂ ਇੱਥੇ ਵਿਰ-ਵਿਰ ਕਰਦੇ ਆ, ਠਾਰੀ ਦੇ ਵਿੱਚ ਲਗਾਤਾਰ ਜਹਾਨੋਂ ਜਾ ਰਹੇ ਆ, 80 ਮੌਤਾਂ ਹੋ ਗਈਆਂ, ਆਪਾਂ ਕਿੰਨੇ ਕੁ ਹੋਰ 80 ਮਾਰਨੇ ਆ। ਹਾਂਜੀ, ਪਹਿਲਾਂ ਤਾਂ ਸਭ ਤੋਂ ਉਹਨਾਂ ਨੂੰ ਖਰਾਜੇ ਅਕੀਦਤ ਪੇਸ਼ ਕਰਨਾ ਚਾਹੀਦਾ। ਬੰਦੇ ਗਏ ਵਾਪਸ ਨਹੀਂ ਆਉਂਦੇ। ਬਾਬਾ ਫਰੀਦ ਸਾਹਿਬ ਇੱਕ ਦਿਨ ਸੈਰ 'ਤੇ, ਲੰਬੀ ਸੈਰ 'ਤੇ ਨਿਕਲਦੇ ਸਨ। ਇੱਕ ਦਿਨ ਕਬਰਾਂ ਵਿੱਚ ਦੀ ਗੁਜ਼ਰੇ। ਉਹਨਾਂ ਨੇ ਕਿਹਾ ਕਿ ਉਹ ਜੋ ਦਿਸਣ ਢੇਰੀਆਂ, ਕਬਰਾਂ ਨੂੰ ਦੇਖ ਕੇ ਕਹਿ ਰਿਹਾ, ਉਹ ਜੋ ਦਿਸਣ ਢੇਰੀਆਂ ਉਹਨਾਂ 'ਤੇ ਪੈ ਕੱਖ, ਉੱਧਰੋਂ ਕੋਈ ਨਹੀਂ ਬੋੜਿਆ ਤੇ ਇੱਧਰੋਂ ਟੁਰ ਗਿਆ ਲੱਖ। ਜਿਨ੍ਹਾਂ ਮਾਵਾਂ ਦੇ ਪੁੱਤ, ਜਿਨ੍ਹਾਂ ਭੈਣਾਂ ਦੇ ਵੀਰ, ਜਿਨ੍ਹਾਂ ਦੇ ਬੱਚੇ ਜਾਂਦੇ ਆ, ਉਹਨਾਂ ਨੂੰ ਤਾਂ ਤਕਲੀਫ ਹੈ ਹੀ ਆ, ਆਪਾਂ ਨੂੰ ਵੀ ਹੈ। ਅਤੇ ਗੱਲ ਤਾਂ ਇਹ ਬਹੁਤ ਸਦਮੇ ਵਾਲੀ ਹੈ, ਤਕਲੀਫ ਵਾਲੀ ਹੈ। ਜਿੰਨੀਆਂ ਕੁ ਮੈਂ ਐਫਰਟਸ ਔਕਾਤ ਤੋਂ ਵੱਧ ਕੇ, ਪਹੁੰਚ ਤੋਂ ਵੱਧ ਕੇ, ਸੋਚ ਤੋਂ ਵੱਧ ਕੇ, ਆਪਣਾ ਜਿਗਰਾ ਜਿੰਨਾ ਕੁ ਹੈ ਉਸ ਤੋਂ ਵੱਧ ਕੇ ਕੀਤੀਆਂ, ਲੇਕਿਨ ਹਰ ਜਿਹੜੀ ਮੇਰੀ ਕੋਸ਼ਿਸ਼ ਹੈ, ਕਾਵਿਸ਼ ਹੈ, ਉਹ ਤਕਰੀਬਨ ਫੇਲ ਹੀ ਹੁੰਦੀ ਰਹੀ। ਲੇਕਿਨ ਫਿਰ ਵੀ ਮੈਂ ਸੋਚਦਾ ਕਿ ਸਾਨੂੰ ਮਾਲਕ ਅੱਗੇ, ਵੱਡੇ ਸਾਹਿਬ ਅੱਗੇ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸੱਚਾ ਪਾਤਸ਼ਾਹ, ਇਸ ਧਰਤੀ ਨੇ ਕੀ ਮਾੜੇ ਕੰਮ ਕੀਤੇ ਆ, ਕਿਉਂ ਇਸ ਖਿੱਤੇ ਦੀ ਇਹ ਇਸ ਤਰ੍ਹਾਂ ਦੀ ਤਕਦੀਰ ਲਿਖ ਦਿੱਤੀ ਹੈ ਕਿ ਵੈਣ ਮੁੱਕਦੇ ਹੀ ਨਹੀਂ, ਰੋਣੇ ਮੁੱਕਦੇ ਹੀ ਨਹੀਂ। ਅਸੀਂ ਉਹ ਲੋਕ ਹਾਂ ਜਿਹੜੇ ਨੱਚਣ ਗਾਉਣ ਵਾਲੇ ਜੀ, ਸੂਰਬੀਰਾਂ, ਗੁਰੂਆਂ ਪੀਰਾਂ ਦੀ ਧਰਤੀ, ਸੂਫੀਆਂ ਦੀ ਧਰਤੀ, ਦੁਰਵੇਸ਼ਾਂ ਦੀ ਧਰਤੀ। ਸਾਨੂੰ ਕੀ ਵਕਤ ਸ਼ੁਰੂ ਤੋਂ ਹੀ, ਅੱਜ ਤੋਂ ਨਹੀਂ, ਮੁੱਢ ਕਦੀਮ ਤੋਂ ਹੀ ਇਹ ਪੈ ਰਿਹਾ। ਅਤੇ ਅੱਜ ਹੁਣ ਤਾਂ ਆਪਣਾ ਮੁਲਕ ਆ, ਆਪਣਾ ਸੰਵਿਧਾਨ ਆ, ਆਪਣੀ ਚੁਣੀ ਹੋਈ ਸਰਕਾਰ ਆ। ਅਤੇ ਲੇਕਿਨ ਗੱਲ ਉੱਥੇ ਪਹੁੰਚ ਗਈ ਆ। ਉਹ ਸਬਕ ਤਾਂ ਸਾਨੂੰ ਇਹ ਮਿਲਿਆ ਸੀ, ਸਾਡੇ ਸਤਿਗੁਰਾਂ ਸਬਕ ਇਹ ਦਿੱਤਾ ਸੀ ਕਿ ਬੋਲਣ ਨਾਲੋਂ ਚੁੱਪ ਚੰਗੇਰੀ, ਅਤੇ ਚੁੱਪ 'ਚ ਹੈ ਸੋ ਪਰਦਾ। ਜੇ ਮਨਸੂਰਾ ਚੁੱਪ ਕਰ ਰਹਿੰਦਾ ਤੇ ਸੂਲੀ ਕਾਸ ਨੂੰ ਚੜ੍ਹਦਾ। ਲੇਕਿਨ ਲਾਈਨ ਉਸ ਵਿੱਚ ਆ, ਜਦੋਂ ਗਾਉਂਦੇ ਹੁੰਦੇ ਸਾਂ ਉਦੋਂ ਵੀ ਉਸਤਾਦ ਜੀ ਨੇ ਇਹੀ ਕਿਹਾ ਸੀ ਕਿ ਬੇਟਾ ਗਾਣਾ ਗਾਓ, ਲੈਕਚਰ ਨਾ ਕਰੋ। ਹੁਣ ਵੀ ਸਿਆਸਤ 'ਚ ਮੈਂ ਤੁਸੀਂ ਦੇਖਿਆ ਕਿ 1.5-2 ਸਾਲ ਹੋ ਗਏ, ਕਦੀ ਮੈਂ TV ਅੱਗੇ ਘੱਟ ਹੀ ਆਇਆ। ਆ ਕਿਹੜੇ ਕਾਂਡ ਹੋਏ ਫਿਲਮਾਂ ਦੇ, ਉਹ ਦੂਸਰੇ ਤੀਸਰੇ ਬੱਚੇ ਮਰੇ, ਪ੍ਰਸ਼ਾਂਤ ਕਾਂਡ ਖਰੇ ਕੀ ਹੋਇਆ ਸੀ, ਕੁਛ ਨਾ ਕੁਛ ਹੋਇਆ ਰਹਿੰਦਾ ਇਸ ਮੁਲਕ 'ਚ। ਮੈਂ ਕਦੀ ਕੈਮਰੇ ਅੱਗੇ ਨਹੀਂ ਸੀ ਆਇਆ। ਜਦੋਂ ਪਾਰਲੀਮੈਂਟ 'ਚੋਂ ਨਿਕਲੀ ਦਾ ਵੀ ਸੀ ਜਾਂ ਇੱਥੋਂ ਘਰੋਂ ਕੈਮਰੇ ਘੇਰ ਲੈਂਦੇ ਸੀ, ਮੈਂ ਕਦੀ ਪਾਇਆ ਨਹੀਂ ਸੀ। ਲੇਕਿਨ ਆਹ ਦੁੱਖ ਐਸਾ ਆ ਕਿ ਮੈਂ ਜਿੰਨਾ 2 ਸਾਲਾਂ 'ਚ ਨਹੀਂ ਬੋਲਿਆ, ਓਨਾ ਬੋਲਿਆ ਹੋਵਾਂਗਾ ਮੇਰਾ ਜੀ। ਤੁਸੀਂ ਹੁਣੇ ਜ਼ਿਕਰ ਕੀਤਾ ਕਿ ਤੁਸੀਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਕੋਸ਼ਿਸ਼ਾਂ ਫੇਲ ਹੁੰਦੀਆਂ ਗਈਆਂ। ਕੀ ਮੰਨਦੇ ਹੋ ਕਿਹੜੇ ਕਾਰਨਾਂ ਕਰਕੇ ਤੁਹਾਡੀਆਂ ਕੋਸ਼ਿਸ਼ਾਂ ਫੇਲ ਹੁੰਦੀਆਂ ਰਹੀਆਂ? ਹੁਣ ਕਿਸੇ ਦੇ ਦਿਲ ਵਿੱਚ ਕੀ ਆ ਬੇਟੇ, ਪਿਆਰੀ ਬੇਟੀ, ਮੈਨੂੰ ਕੀ ਪਤਾ ਜੀ। ਕਿੰਨੇ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਵਿੱਚੇ ਚੱਪੂ ਵਿੱਚੇ ਵੰਜ ਮੁਹਾਣੇ, ਵਿੱਚੇ ਚੱਪੂ ਵਿੱਚੇ ਬੇੜੇ ਤੇ ਵਿੱਚੇ ਵੰਜ ਮੁਹਾਣੇ। ਕੀ ਪਤਾ ਕਿਸੇ ਦੇ ਦਿਲ ਵਿੱਚ ਕੀ ਆ। ਲੇਕਿਨ ਮੈਂ ਨੀਅਤ ਸਾਫ਼ ਕਰਕੇ Day 1 ਤੋਂ ਹੀ ਲੱਗਿਆ ਸੀ, ਜਦੋਂ ਸ਼ੁਰੂ ਹੀ ਹੋਇਆ ਸੀ। ਲੇਕਿਨ ਐਸਾ ਹੋ ਨਾ ਪਾਇਆ ਕਿ ਮੇਰੇ ਕੋਈ ਦਰਦ ਨੂੰ, ਮੇਰੀ ਇਸ ਅਪੀਲ ਨੂੰ ਔਰ ਮੇਰੀ ਸਾਫ਼ ਨੀਤ ਨੂੰ ਕੋਈ ਸਮਝੇ, ਐਪਰੀਸ਼ੀਏਟ ਕਰੇ। ਔਰ ਮੇਰੀ ਗੱਲ, ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ, ਇਹ ਮਤ ਸੋਚੋ ਗੱਲ ਕੌਣ ਕਰ ਰਿਹਾ, ਇਹ ਸੋਚੋ ਕਿ ਗੱਲ ਕੀ ਕਰ ਰਿਹਾ। ਲੇਕਿਨ ਲੋਕਾਂ ਨੇ ਨਹੀਂ ਸੁਣੀ। ਵੱਡੇ ਲੋਕ ਆ,
ਤੇ ਫਿਰ ਇਸੇ ਤਰ੍ਹਾਂ ਹੁੰਦਾ ਕਿ ਬਸ ਸਾਡਾ ਵਸ ਨਹੀਂ ਉਹ ਚੱਲਦਾ। ਮੀਆਂ ਮੁਹੰਮਦ ਬਖਸ਼ ਨੇ ਲਿਖਿਆ, ਵੰਡ ਕਰ ਛੱਡੀ ਉਹਨਾਂ ਨੇ ਦਰਵੇਸ਼ਾਂ ਨੇ ਜ਼ਿੰਦਗੀ ਦੇ ਪਹਿਲੂ ਤੋਂ, ਹਰ ਪਹਿਲੂ ਤੋਂ ਬਿਆਨ, ਜਿਵੇਂ ਗੁਰਬਾਣੀ 'ਚ ਹੈ ਇਸ ਤਰ੍ਹਾਂ ਸੂਫੀ ਹੈ। ਉਹ ਲਿਖਦੇ ਆ ਕਿ ਬਸ ਸਾਡਾ ਵਸ ਨਹੀਂ ਉਹ ਚੱਲਦਾ, ਕੀ ਅਸਾਂ ਦਾ ਹੋਣਾ। ਬਸ ਸਾਡਾ ਵਸ ਨਹੀਂ ਉਹ ਚੱਲਦਾ, ਕੀ ਅਸਾਂ ਦਾ ਹੋਣਾ। ਲਿੱਸੇ ਦਾ ਕੀ ਜ਼ੋਰ ਮਮਦਾ, ਨੱਸ ਜਾਣਾ ਜਾਂ ਰੋਣਾ। ਉਹੀ ਮੇਰੀ ਅਵਸਥਾ ਹੈ। ਤੇ ਇੱਕ ਗੱਲ ਬੜੀ ਮਹੱਤਵਪੂਰਨ ਆ ਹੰਸ ਜੀ, ਕਿ ਜੇ ਮੰਨ ਲਓ ਕੋਈ ਪੱਤਰਕਾਰ ਆ ਗਲਤ ਕੰਮ ਕਰਦਾ, ਤੁਸੀਂ ਸੰਬੋਧਨ ਕਿਸੇ ਵੀ ਪੱਤਰਕਾਰ ਨੂੰ ਕਰਦੇ ਹੋ ਵੀ ਯਾਰ ਤੁਹਾਡਾ ਭਾਈਚਾਰਾ ਇਉਂ ਕਰ ਰਿਹਾ, ਤੁਹਾਡੇ ਭਾਈਚਾਰੇ ਨੂੰ ਯਾਰ ਤੁਹਾਡੀ ਜਮਾਤ ਦੇ ਬੰਦੇ ਇਉਂ ਕਰ ਰਹੇ ਆ, ਉਵੇਂ ਹੀ ਅੱਜ ਸਵਾਲ ਤੁਹਾਡੀ ਪਾਰਟੀ ਦੇ ਉੱਤੇ ਉੱਠ ਰਹੇ ਆ। ਇੱਕ ਜਣਾ ਕਹਿਣਾ ਪੰਜਾਬ ਦੇ ਵਿੱਚੋਂ ਉੱਠ ਕੇ ਵੀ ਇਹ ਤਾਂ ਪਿਕਨਿਕ ਦੇ ਲਈ ਗਏ ਆ, ਦੂਜਾ ਜਣਾ ਕਹਿਣਾ ਜੀ ਇਹ ਕੋਈ ਕਿਸਾਨ ਥੋੜ੍ਹੀ ਆ, ਇਹ ਤਾਂ ਹੈਗੇ ਜੀ ਅੱਤਵਾਦੀ, ਇਹ ਤਾਂ ਹੈਗੇ ਜੀ ਮਾਓਵਾਦੀ, ਇਹ ਤਾਂ ਹੈਗੇ ਜੀ ਖਾਲਿਸਤਾਨੀ, ਇਹਨਾਂ ਨੂੰ ਤਾਂ ਜੀ ਵਿਦੇਸ਼ੀ ਫੰਡਿੰਗ ਹੁੰਦੀ ਆ, ਇਹ ਚੀਨ ਦੇ ਵਿੱਚੋਂ ਆ ਗਏ ਆ, ਇਹ ਪਾਕਿਸਤਾਨ ਦੇ ਵਿੱਚੋਂ ਆ ਗਏ ਆ। ਤੁਹਾਡੀ ਸੀਨੀਅਰ ਲੀਡਰਸ਼ਿਪ ਨਹੀਂ ਮੰਨਦੇ। ਚਲੋ ਤੁਸੀਂ ਜਿਹੜੇ ਆਪਣੇ ਤੋਂ ਜੂਨੀਅਰ ਆ, ਜਿਹੜੇ ਪੰਜਾਬ ਦੇ ਵਿੱਚ ਬੈਠੇ ਆ, ਉਹਨਾਂ ਨੂੰ ਤਾਂ ਕਦੇ ਸਮਝਾਏ ਹੋਣਾ ਵੀ ਯਾਰ ਇਉਂ ਨਹੀਂ ਕਰਨਾ ਚਾਹੀਦਾ, ਆਪਾਂ ਫੋੜਾ ਛਿੱਲਣ ਦਾ ਕੰਮ ਕਿਹੜੀ ਗੱਲੋਂ ਕਰਦੇ ਆ। ਉਹਨਾਂ 'ਚ ਸਮਝ ਹੀ ਇੰਨੀ ਆ, ਕਿਹੜਾ ਸਮਝਾਵੇ। ਹੈ ਨਾ, ਕਹਿੰਦੇ ਵੱਸ ਪੈ ਗਏ ਅਹਿਮਕਾਂ ਦੇ, ਤੇਰੀ ਤੋੜ ਕੇ ਛੱਡਣਗੇ ਗਾਨੀ। ਤੇ ਉਹ ਵੱਡੇ ਬੰਦੇ ਆ, ਉਹ ਜ਼ਿਆਦਾ ਵੱਡੇ ਸਿਆਸਤਦਾਨ ਆ, ਲੇਕਿਨ ਮੈਂ ਕਿਸੇ ਦੀ ਗਲਤ ਨਹੀਂ ਕਰ ਸਕਦਾ। ਮੈਂ ਹਮੇਸ਼ਾ ਇਹੀ ਸੋਚਿਆ ਕਿ ਜੇ ਕੋਈ ਪ੍ਰੋਬਲਮ ਹੈ, ਜੇ ਕੋਈ ਸਮੱਸਿਆ ਆ, ਤੇ ਜੇ ਕੋਈ ਵਾਦ ਵਿਵਾਦ ਆ, ਉਹ ਸੰਵਾਦ ਨਾਲ ਖਤਮ ਹੋ ਸਕਦਾ, ਇੰਟਰੈਕਸ਼ਨ ਨਾਲ ਖਤਮ ਹੋ ਸਕਦਾ, ਮੀਟਿੰਗਸ ਨਾਲ ਖਤਮ ਹੋ ਸਕਦਾ। ਬੇਸ਼ੁਮਾਰ ਮੀਟਿੰਗਸ ਵੀ ਚੱਲ ਰਹੀਆਂ ਤੇ ਪਤਾ ਨਹੀਂ ਕੀ ਮਹਾਰਾਜ ਦੀ ਮੌਜ ਹੈ। ਤੇ ਹੁਣ ਇਹੀ ਆ ਕਿ ਸਾਨੂੰ, ਮੈਂ ਤਾਂ ਇਹੀ ਕਹਿੰਦਾ ਕਿ ਜਦੋਂ ਦਵਾ ਅਸਰ ਕਰਨੋਂ ਹਟ ਜਾਏ ਫਿਰ ਦੁਆ ਅਸਰ ਕਰਦੀ ਹੈ। ਤੇ ਆਓ ਦੁਆ ਕਰੀਏ, ਅਰਦਾਸ ਕਰੀਏ ਪਾਤਸ਼ਾਹ ਅੱਗੇ, ਐ ਮੇਰੇ ਦਾਤਿਆ ਸਭ ਦੇ ਕਾਲਜੇ ਠੰਡੇ ਰਹਿਣ, ਸਭ ਨੂੰ ਹੱਕ ਮਿਲਣ, ਸਭ ਲੋਕ ਆਪਣੀ ਜ਼ਿੰਦਗੀ ਸੁਖੀ ਜੀਵਨ। ਜੀ, ਪੰਜਾਬ ਦੇ ਕਿਸਾਨ ਵਰਗ ਦੇ ਵੱਲੋਂ ਬਾਕੀ ਭਾਜਪਾਈ ਨੇਤਾਵਾਂ ਦੇ ਵਾਂਗ ਤੁਹਾਡਾ ਵੀ ਵਿਰੋਧ ਕੀਤਾ ਜਾਂਦਾ। ਹਾਂਜੀ, ਤੁਹਾਡੇ ਘਰ ਦੇ ਮੂਹਰੇ ਆ ਕੇ ਧਰਨਾ ਵੀ ਲਾਉਂਦੇ ਆ, ਪੁਤਲੇ ਫੂਕਣ ਦੀ ਗੱਲ ਵੀ ਹੁੰਦੀ ਆ। ਫਿਰ ਤੁਸੀਂ ਜਾ ਕੇ ਇਹ ਵੀ ਗੱਲ ਕਹਿੰਦੇ ਵੀ ਯਾਰ ਮੇਰਾ ਕਸੂਰ ਕੀ ਆ। ਉਹ ਕਹਿੰਦੇ ਵੀ ਤੁਹਾਡਾ ਹੀ ਕਸੂਰ ਆ, ਕਿਉਂਕਿ ਤੁਸੀਂ ਪੰਜਾਬ ਦੇ ਹੋ ਜੀ, ਤੁਹਾਨੂੰ ਅਸੀਂ ਨਿੱਠ ਕੇ ਸੁਣਿਆ, ਜੀ, ਤੁਹਾਡੇ ਤੇ ਅਸੀਂ ਬੇਹੱਦ ਮਾਣ ਕਰਦੇ। ਤੁਸੀਂ ਜਾ ਕੇ ਦਾਅਵਾ ਬਣਾਓ, ਜੀ। ਤੁਸੀਂ ਜਾ ਕੇ ਉਹਨਾਂ ਨੂੰ ਕਹੋ, ਉਹਨਾਂ ਦੀ ਖੋਪੜੀ ਦੇ ਵਿੱਚ ਗੱਲ ਪਾਓ। ਫਿਰ ਤੁਸੀਂ ਇਹਦੇ ਬਾਬਤ ਕੀ ਤਰਕ ਦੇਣਾ ਚਾਹੋਗੇ ਵੀ ਭਾਈ ਵਿਰੋਧ ਵੀ ਇੰਨਾ, ਗਾਲ ਦੁੱਪੜ ਦੀ ਵਰਤੋਂ ਵੀ ਲੋਕ ਵੱਡੇ ਪੱਧਰ ਦੇ ਉੱਤੇ ਕਰਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹਦਾ ਇਹ ਜਵਾਬ ਹੈ, ਮੈਂ ਇੱਕ ਸ਼ੇਰ ਕਹਿਣਾ ਜੇ ਗੱਲ ਮੈਂ ਕਨਵੇ ਕਰ ਸਕਿਆ। ਕਹਿੰਦੇ ਨੇ ਕਿ ਉਹ ਕੋਈ और ना था, चंद खुश्क पत्ते थे, छजर से टूट के जो फसले गुल पे रोए थे। अभी अभी सोचा तो कुछ ना याद आया, अभी अभी तुम्हें सोचा तो कुछ ना याद आया, अभी अभी तो हम एक दूसरे से बिछड़े थे। तमाम उम्र, इस गल नूं थोड़ा गौर नाल सुनना जी, तमाम उम्र वफा के गुनाहगार रहे, ये और बात कि हम आदमी तो अच्छे थे। ਕੋਈ ਜਿੰਨੀ ਕੁ ਜੋਗਾ ਮੈਂ ਹੈ, ਜਿੱਥੇ ਵੀ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਮੈਂ ਗੱਲ ਕੀਤੀ ਹੈ। ਉਹ ਲੋਕਾਂ ਨੂੰ ਨਜ਼ਰ ਵੀ ਆਈ ਹੈ, ਕਿਉਂਕਿ ਕੈਮਰੇ ਅੱਗੇ ਵੀ ਗੱਲ ਕੀਤੀ, ਵੈਸੇ ਵੀ ਕੀਤੀ ਹੈ। ਹੁਣ ਗੱਲ ਇਹ ਕਿ ਵੱਡੇ ਸਿਆਣੇ ਲੋਕ ਆ, ਜੇ ਹੁਣ ਕੋਈ ਨਹੀਂ ਸੁਣਦਾ ਤਾਂ ਮੇਰਾ ਇਹ ਤਾਂ ਫਰਜ਼ ਬਣਦਾ ਮੈਂ ਕੁਛ ਨਾ ਕੁਛ ਤਾਂ ਬੋਲਾਂ। ਜਦੋਂ ਤੁਸੀਂ ਹੁਕਮ ਕਰਦੇ ਆ ਮੈਂ ਕੈਮਰੇ ਅੱਗੇ ਬਹਿ ਜਾਂਦਾ, ਪਿਆਰ ਹੀ ਆਪਣਾ ਇੰਨਾ ਸਾਰਿਆਂ ਦਾ। ਤੇ ਲੇਕਿਨ ਮੈਂ ਇਹ ਜ਼ਰੂਰ ਅਰਜ਼ ਕਰੂੰਗਾ ਕਿ ਘਿਰਾਓ ਕਰਨਾ ਚਾਹੀਦਾ ਜਦੋਂ ਆਪਣੇ ਹੱਕਾਂ ਲਈ ਲੜਦਾ। ਮੈਂ ਅੱਗੇ ਵੀ ਕਈ ਵਾਰੀ ਅਰਜ਼ ਕੀਤੀ ਹੈ ਕਿ ਜਿਹੜੀਆਂ ਕੌਮਾਂ ਆਪਣੇ ਹਕੂਕ ਲਈ ਨਹੀਂ ਲੜਦੀਆਂ, ਉਹ ਸਮਝੋ ਕਦੋਂ ਦੀਆਂ ਮਰ ਚੁੱਕੀਆਂ। ਜ਼ਿੰਦਾ ਕੌਮਾਂ ਹੀ ਹੱਕਾਂ ਲਈ ਲੜਦੀਆਂ ਨੇ, ਕੋਈ ਹਰਜ ਨਹੀਂ। ਹੰਸਰਾਜ ਕਿਹੜਾ ਕੋਈ ਕੀ ਹੈ, ਕੁਛ ਨਹੀਂ, ਉਹ ਮਾਮੂਲੀ ਜਿਹਾ ਇੱਕ ਬੰਦਾ, ਪਹਿਲਾਂ ਗਾਉਂਦਾ ਹੁੰਦਾ ਸੀ, ਫਿਰ ਹੁਣ ਸਿਆਸਤ 'ਚ ਆ। ਜੇ ਉਹ ਇਸ ਪਾਰਟੀ ਦਾ ਕਾਰਕੁਨ ਆ, ਉਹਦਾ ਘਿਰਾਓ ਕਰਨਾ ਬਣਦਾ ਹੀ ਆ। ਲੇਕਿਨ ਮੈਂ ਇਹ ਮਹਿਸੂਸ ਜ਼ਰੂਰ ਕਰਦਾ ਵਾਂ ਕਿ ਅਸੀਂ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਜੀ, ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਤਾਂ ਮੁਹੱਬਤ ਦਾ ਮੁਜੱਸਮਾ ਸੀ। ਇਨਸਾਨੀ ਰੂਹਾਨੀਅਤ ਨੂੰ ਛੱਡੋ, ਇਨਸਾਨੀ ਖੂਬਸੂਰਤੀ ਦਾ ਸ਼ਾਹਕਾਰ ਮੁਜੱਸਮਾ ਸੀ। ਦੁਨੀਆ 'ਚ ਇੱਕ ਹੀ ਐਸਾ ਰਹਿਬਰ ਹੋਇਆ ਜਿਹਨੂੰ ਲੋਕਾਂ ਨੇ ਜਗਤ ਗੁਰੂ ਕਿਹਾ। ਉਹ ਕੋਈ ਇੱਕ ਸਟੇਟ 'ਚ ਨਹੀਂ ਰਹੇ, ਇੱਕ ਦੇਸ਼ 'ਚ ਨਹੀਂ ਰਹੇ,
ਪੂਰੀ ਦੁਨੀਆ ਲਈ, ਯੂਨੀਵਰਸ ਲਈ ਘੁੰਮ ਕੇ ਉਹਨਾਂ ਨੇ ਮੁਹੱਬਤ ਦਾ ਪੈਗਾਮ ਦਿੱਤਾ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਕਰਦੇ ਹਾਂ, ਉਹ 10 ਗੱਦੀਆਂ ਦਾ ਨਿਚੋੜ ਸਨ। 10 ਜਿਹੜੀਆਂ ਜੋਤਾਂ ਜਗਦੀਆਂ ਸੀ ਰੂਹਾਨੀਅਤ ਦੀਆਂ, ਗੁਰਮਤਿ ਦੀਆਂ, ਉਹਦਾ ਕਲਾਈਮੈਕਸ ਸੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਨੇ ਨਿਚੋੜ ਇਹ ਕੱਢਿਆ ਕਿ ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਓ। ਮੈਂ ਚਾਹੁੰਦਾ ਘਰਾਓ ਕਰੋ ਜਿੱਥੇ ਸਾਰਿਆਂ ਦਾ ਹੁੰਦਾ, ਮੇਰਾ ਵੀ ਹੋਵੇ। ਮੈਂ ਕੋਈ ਸਪੈਸ਼ਲ ਬੰਦਾ ਨਹੀਂ, ਮੈਂ ਜਿੰਨਾ ਕੁ ਸਭ ਦਾ ਗੁਨਾਹ, ਮੈਂ ਆਪਣਾ ਗੁਨਾਹ ਕਬੂਲ ਕਰਦਾ। ਉੱਥੇ ਜ਼ਿੰਦਾ ਜ਼ਿੰਦਾਬਾਦ ਦੀ ਤਾਂ ਨਾ ਉਮੀਦ ਰੱਖੋ, ਮੁਰਦਾਬਾਦ ਕਹੋ ਰੱਜ ਕੇ, ਜੋ ਮਰਜ਼ੀ ਕਰੋ। ਲੇਕਿਨ ਜਦੋਂ ਗਾਲੀ ਗਲੋਚ ਕੋਈ ਕੱਢੇ ਤੇ ਫਿਰ ਥੋੜ੍ਹਾ ਜਿਹਾ ਇੱਦਾਂ ਲੱਗਦਾ ਕਿ ਇਹਦੀ ਨੱਥ ਕਿਸੇ ਖਸਮ ਦੇ ਹੱਥ ਨਹੀਂ, ਨਖਸਮਾ ਆ, ਇਹ ਬੇਗੁਰਾ ਆ, ਇਹ ਬੇਪੀਰਾ ਆ। ਗੁਰੂ ਵਾਲਾ ਤੇ ਜਦੋਂ ਬੋਲੇ ਪਤਾ ਲੱਗੇ ਕਿ ਗੁਰੂ ਵਾਲਾ ਬੋਲ ਰਿਹਾ ਜੀ। ਪਰ ਸਰ, 2 ਚੀਜ਼ਾਂ ਨੇ। ਪਹਿਲੀ ਚੀਜ਼ ਇਹ ਕਿ ਹੁਣ ਤੱਕ ਇੰਨਾ ਕੁਝ ਹੋ ਗਿਆ, 80 ਤੋਂ ਵੱਧ ਮੌਤਾਂ ਹੋ ਗਈਆਂ, ਲੋਕ ਕਿਸੇ ਦਾ ਜੀ ਨਹੀਂ ਕਰਦਾ ਰਜਾਈ ਤੋਂ ਬਾਹਰ ਹੋ ਕੇ ਇੰਨੀਆਂ ਠੰਡੀਆਂ ਰਾਤਾਂ ਦੇ ਵਿੱਚ ਸੜਕਾਂ ਦੇ ਉੱਪਰ ਬੈਠਣ ਦੇ ਲਈ। ਪਰ ਗੱਲ ਇਹ ਹੈ ਵੀ ਹਾਲੇ ਤੱਕ ਵੀ ਜਿੰਨੇ ਵੀ ਬੀਜੇਪੀ ਦੇ ਲੀਡਰ ਬੋਲੇ ਨੇ, ਉਹ ਕੌੜਾ ਹੀ ਬੋਲੇ ਨੇ। ਕੋਈ ਕਹਿੰਦਾ ਹੈ ਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਬੈਠੀ ਕਿਉਂ ਨੇ, ਕੋਈ ਕਹਿੰਦਾ ਜੀ ਇਹ ਤਾਂ ਵੱਖਵਾਦੀ ਨੇ, ਇਹ ਮਾਓਵਾਦੀ ਨੇ, ਕੋਈ ਕੁਛ ਕੋਈ ਕੁਛ। ਸੋ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਉਹਨਾਂ ਦੇ ਪ੍ਰਤੀ ਲੋਕਾਂ ਦਾ ਗੁੱਸਾ ਸੀ, ਉਹ ਗੁੱਸਾ ਤੁਹਾਡੇ ਉੱਤੇ ਵੀ ਉਤਰ ਰਿਹਾ ਹੈ? ਕਿਤੇ ਨਾ ਕਿਤੇ ਤੁਸੀਂ ਵੀ ਉਸ ਗੁੱਸੇ ਦਾ ਸ਼ਿਕਾਰ ਹੋ ਰਹੇ ਹੋ? ਕੋਈ ਨਹੀਂ, ਗੁੱਸਾ ਜਾਇਜ਼ ਹੈ, ਉਹਨਾਂ ਦਾ ਬਣਦਾ। ਲੇਕਿਨ ਮੇਰੇ ਹਿਸਾਬ ਨਾਲ ਗੈਰਤਮੰਦ ਲੋਕਾਂ 'ਤੇ ਇਸ ਤਰ੍ਹਾਂ ਦੇ ਵਿਸ਼ੇਸ਼ਣ ਜਾਂ ਇਲਜ਼ਾਮ ਜਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਜਿਹੜੇ ਵੀ ਲਫ਼ਜ਼ ਤੁਸੀਂ ਲੋਕਾਂ ਨੇ ਵਰਤੇ ਨੇ, ਮੇਰੀ ਨਜ਼ਰ ਵਿੱਚ ਉਹ ਗੈਰਤਮੰਦ ਨੇ। ਇੱਕ ਬੜਾ ਮਹੱਤਵਪੂਰਨ ਸਵਾਲ ਇਹ ਹੈ ਜੀ ਕਿ ਮੀਟਿੰਗ ਦਰ ਮੀਟਿੰਗ ਹੋਈ ਜਾਂਦੀ ਹੈ। ਹੁਣ ਤਾਂ ਅਸੀਂ ਇਹ ਸੋਚਦੇ ਵੀ ਸ਼ਾਇਦ ਇਹ ਵੀ ਕਲਾ ਬੀਜੇਪੀ ਦੇ ਨੇਤਾਵਾਂ ਨੇ ਸਨੀ ਦਿਓਲ ਤੋਂ ਸਿੱਖੀ ਆ। ਉਹ ਵੀ ਫਿਲਮ 'ਚ ਤਾਰੀਖ ਪੇ ਤਾਰੀਖ ਕਹਿੰਦੇ ਸੀਗੇ, MP ਬਣਾ ਕੇ ਗੱਲਾਂ ਸਿੱਖ ਲਈਆਂ ਵੀ ਭਾਈ 9 ਤਰੀਕ ਦੀ ਮੀਟਿੰਗ ਹੁਣ 15 ਨੂੰ ਕਰ ਲਾਂਗੇ, 15 ਨੂੰ ਕਹਿ ਦਿੰਦੇ 17 ਨੂੰ ਫੇਰ ਕਰ ਲਾਂਗੇ, 17 ਨੂੰ ਕਹਿੰਦੇ 22 ਨੂੰ ਫੇਰ ਕਰ ਲਾਂਗੇ। ਤੁਹਾਨੂੰ ਲੱਗਦਾ ਵੀ ਇੱਦਾਂ ਲਗਾਤਾਰ ਮੀਟਿੰਗ ਮਸਲਾ ਲਟਕਾ ਕੇ ਹੋਰ ਗੁੱਸੇ ਦੀ ਲਹਿਰ ਪ੍ਰਚੰਡ ਹੋਈ ਹੈ? ਟੈਣਾ ਸਾਹਿਬ, ਗੱਲ ਇਹ ਕਿ ਇੱਕ ਫਿਲਮੀ ਗਾਣਾ ਕਿ ਮੁਝੇ तो होश नहीं आप मशवरा दीजिए, कहाँ से छेड़ू फसाना, कहाँ तमाम करूँ। ਇੱਕ ਉਹ ਧਿਰ ਜਿਹੜੀ ਮੁਲਕ ਚਲਾ ਰਹੀ ਪੂਰਾ, ਤੇ ਇੱਕ ਉਹ ਧਿਰ ਜਿਹੜੀ ਪੂਰਾ ਅੰਦੋਲਨ ਚਲਾ ਰਹੀ ਆ। ਸਾਰੇ ਸਿਆਣੇ ਬੰਦੇ ਟੇਬਲ ਤੇ ਬੈਠਦੇ ਆ, ਗੱਲ ਕਿਸੇ ਬੰਨੇ ਕਿਉਂ ਨਹੀਂ ਲੱਗ ਰਹੀ। ਇਹ ਸਾਰਾ ਜਹਾਨ ਹੀ ਹੈਰਾਨ ਹੈ ਇਸ ਗੱਲ ਤੋਂ ਕਿ ਹੁਣ ਤੱਕ ਕਈ ਮੀਟਿੰਗਸ ਹੋਈਆਂ, ਸਾਰੀਆਂ ਗੱਲਾਂ ਦੱਸਦੇ ਕਿ 9 ਪੁਆਇੰਟ ਸੀ ਪਹਿਲਾਂ, ਫਿਰ ਸਿਮਟ ਕੇ 4 ਆ ਗਿਆ, 4 'ਚ 2 ਮੰਨ ਲਏ ਗਏ, ਹੁਣ ਤਾਂ ਮੇਰਾ ਖਿਆਲ ਦੂਸਰੇ ਵੀ 2 ਮੰਨ ਲਏ ਗਏ। ਇੱਕ ਕੋਈ ਲਫ਼ਜ਼ ਦੀ ਕਸਰ ਆ ਤੇ ਉਹ ਵੀ ਮਾਲਕ ਕੱਢ ਦੇਵੇ। ਤੇ ਉਹ ਲਫ਼ਜ਼ ਇਹ ਤਾਂ ਨਹੀਂ ਕਿਤੇ ਵੀ ਚਲੋ ਖੇਤੀ ਕਾਨੂੰਨ ਵਾਪਸ ਲੈ ਲੇ, ਹਾਂਜੀ, ਇਹ ਲਫ਼ਜ਼ ਇਹੀ ਸਾਰੇ ਕਹਿ ਰਿਹਾ ਤੇ ਇਸ ਤਰ੍ਹਾਂ ਦਾ ਹੈ। ਤੇ ਅਦਰਵਾਈਜ਼ ਜਿਹੜੀਆਂ ਡਿਮਾਂਡਸ ਆ ਜਿਤਨੀ ਵੀ ਸੀ, ਉਹ ਤੋਮਰ ਸਾਹਿਬ ਨੇ ਕਦੀ ਕਟਾਕਸ਼ ਨਹੀਂ ਕੀਤਾ। ਬੜੇ ਮੈਚਿਓਰ ਲੀਡਰ ਨੇ, ਖੇਤੀਬਾੜੀ ਮੰਤਰੀ ਸਾਹਿਬ, ਉਹਨਾਂ ਨੇ ਕਦੀ ਅੱਤਵਾਦੀ ਨਹੀਂ ਕਿਸੇ ਨੂੰ ਕਿਹਾ, ਕਦੀ ਵੱਖਵਾਦੀ ਨਹੀਂ ਕਿਹਾ, ਕਦੀ ਜਿਹੜਾ ਵੀ ਤੁਸੀਂ ਦੱਸ ਰਹੇ ਆ ਮਾਓਵਾਦੀ ਨਹੀਂ ਕਿਹਾ। ਬੜੇ ਸਤਿਕਾਰ ਨਾਲ ਉਹ, ਮੇਰਾ ਜ਼ਾਤੀ ਤਜਰਬਾ ਆ ਕਿ ਉਹ ਬੜੇ ਵਿਨਿਮਰ ਔਰ ਮੈਚਿਓਰ ਲੀਡਰ ਹੈ। ਉਹਨਾਂ ਨੇ ਤਾਂ ਕੋਸ਼ਿਸ਼ਾਂ ਸਾਰੇ ਹੀ ਕਰਦੇ ਆ, ਇਹ ਆਪਣਾ ਪੱਖ ਰੱਖਦੇ ਆ। ਦੇਖੋ ਕਿੱਡੇ ਸਿਆਣੇ ਆ, ਹੋਮਵਰਕ ਕਰਕੇ ਜਾਂਦੇ ਆ ਔਰ ਉਹ ਵੀ ਕਰਕੇ ਆਉਂਦੇ ਆ ਸਲਾਹਾਂ। ਗੱਲ ਕਿਸੇ ਬੰਨੇ ਨਹੀਂ ਲੱਗਦੀ, ਕਿੱਥੇ ਅੜੀ ਹੋਈ ਹੈ, ਇੱਕ ਨੁਕਤੇ ਤੇ ਹੈ ਬਸ। ਗੱਲ ਇੱਕ ਨੁਕਤੇ ਤੇ ਮੁੱਕਦੀ। ਗੱਲ ਬੇਭਰੋਸਗੀ ਦੀ ਵੀ ਹੈ। ਹਾਂਜੀ, ਬੀਜੇਪੀ ਦੇ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਬੇਭਰੋਸਗੀ ਹੈ। ਕਾਨੂੰਨ ਥੋਪੇ ਜਾਂਦੇ ਆ, ਬਾਹਰਲੇ ਦੇਸ਼ਾਂ ਦੇ ਵਿੱਚ ਪਹਿਲਾਂ ਰਾਏ ਲਈ ਜਾਂਦੀ ਹੈ ਵੀ ਸਾਡੇ ਇੱਥੇ ਪ੍ਰਜਾ, ਸਾਡੇ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਲੋਕਤੰਤਰ ਆ, ਉਹਨਾਂ ਦੀ ਕੀ ਵਿਥਿਆ, ਉਹ ਕੀ ਚਾਹੁੰਦੇ ਆ। ਇੱਥੇ ਬਰਾਬਰ ਧਿਰ ਖੜੀ ਕਰਕੇ ਕਿਹਾ ਜਾਂਦਾ ਦੇਖੋ ਜੀ ਇੰਨੀ ਵੱਡੀ ਗਿਣਤੀ ਦੇ ਵਿੱਚ ਤਾਂ ਲੋਕ ਕਹਿੰਦੇ ਵੀ ਸਾਨੂੰ ਠੀਕ ਆ, ਉਹ ਦਿਸਦੇ ਨਹੀਂ, ਉਹ ਮੰਗਲ ਗ੍ਰਹਿ ਤੇ ਚਲੇ ਜਾਂਦੇ ਬਾਅਦ ਦੇ ਵਿੱਚ ਭੱਜ ਕੇ, ਉਹ ਲੱਭਦੇ ਨਹੀਂ। ਇਸ ਕਰਕੇ ਵੀ ਗੁੱਸੇ ਦੀ ਲਹਿਰ ਪ੍ਰਚੰਡ ਹੈ ਜੀ। ਹਾਂਜੀ, ਉਹ ਰਾਇਤ ਲਈ ਗਈ, ਰਾਇਤ ਚੰਗੇ ਬੰਦਿਆਂ ਦੀ ਲਈ ਗਈ, ਉਹਨਾਂ ਲਈ ਗਈ ਜਿਨ੍ਹਾਂ ਦਾ ਜੱਦੀ ਪੁਸ਼ਤੀ ਕੰਮ ਹੀ ਖੇਤੀਬਾੜੀ ਦਾ ਹੈ। ਤੇ ਉਹ ਕਹਿੰਦੇ ਛੱਡ ਕੇ ਮੈਦਾਨ ਭੱਜ ਗਏ। ਤੋ ਫਿਰ ਪਹਿਲਾਂ ਤਾਂ ਸਲਾਹਾਂ ਇਹੀ ਦਿੰਦੇ ਰਹੇ, ਸਿਫਤਾਂ ਵੀ ਕਰਦੇ ਰਹੇ ਇਸ ਆਰਡੀਨੈਂਸ ਦੀਆਂ 3 ਦੀਆਂ, ਲੇਕਿਨ ਫਿਰ ਛੱਡ ਗਏ। ਹੁਣ ਜੇ ਦੁਨੀਆ ਦਾ ਦਸਤੂਰ ਹੈ कहते भूल जाना तो रस्म दुनिया है, भूल जाना तो रस्म दुनिया, तूने कौन सा कमाल किया। ਗਿਰਕਟ ਵਾਂਗੂ ਲੋਕੀ ਰੰਗ ਬਦਲ ਜਾਂਦੇ ਨੇ। ਹੁਣ ਕਰੀਏ ਕਿ ਕਿੱਥੇ ਕਿਹਨੂੰ ਦੋਸ਼ ਦਈਏ। ਤੇ ਜੇ ਕੋਈ ਬੰਦਾ ਸੱਚੀ ਸਲਾਹ ਦਿੰਦਾ ਇਨ ਦਾ ਬਿਗਨਿੰਗ,
ਤੇ ਸਾਰਿਆਂ ਨੇ ਸ਼ਾਇਦ ਐਪਰੀਸ਼ੀਏਟ ਹੀ ਕੀਤਾ ਹੋਏਗਾ। ਜੀ ਤੇ ਜਿਹੜੇ ਹੁਣ ਛੱਡ ਗਏ ਸਭ ਲੋਕ। ਜੇ ਤੁਸੀਂ 1 ਮਿੰਟ ਦੇ ਲਈ ਇਸ ਗੱਲ ਨੂੰ ਪਾਸੇ ਰੱਖੋ ਵੀ ਅਸੀਂ MP ਵੀ ਆ, BJP ਦੇ ਨਾਲ ਜੁੜੇ ਆ, ਤੁਹਾਨੂੰ ਇਉਂ ਲੱਗਦਾ ਜੀ ਕਿ ਇਹੋ ਜਿਹਾ ਅੰਦੋਲਨ ਛੇਤੀ ਕਿਤੇ ਪੈਦਾ ਨਹੀਂ ਹੁੰਦਾ? ਇਹ ਇੱਕ ਬਹੁਤ ਵੱਡੀ ਕਮਾਲ ਦੀ ਗੱਲ ਹੋਈ ਆ। MP ਪੁਣਾ ਤਾਂ ਮੈਂ ਕਦੀ ਮੋਢਿਆਂ ਤੇ ਚੱਕਿਆ ਹੀ ਨਹੀਂ। ਜਿਵੇਂ ਸ਼ੋਅ ਬਿਜ਼ਨਸ ਸੀ, ਸਟਾਰਡਮ ਨਹੀਂ ਸੀ ਚੱਕਿਆ। ਜਲੰਧਰ ਸਟੇਸ਼ਨ ਤੇ ਉਤਰਦਾ ਹੀ ਮੈਂ ਕਹਿੰਦਾ ਤੂੰ ਇੱਥੇ ਹੀ ਬਹਿ ਜਾ, ਮੈਂ ਹੁਣ ਆਪਣੇ ਸ਼ਹਿਰ ਚੱਲਿਆ, ਆਪਣੇ ਲੋਕਾਂ 'ਚ ਆਉਂਦਾ ਹੋਇਆ ਤੈਨੂੰ ਫਿਰ ਲੈ ਲਊਂਗਾ ਨਾਲ। ਤੇ ਤੁਸੀਂ ਦੇਖਿਆ ਹੀ ਆ ਵੀ ਭੋਗਾਂ ਤੇ ਵਿਆਹਾਂ ਤੇ ਮੈਂ ਤਾਂ ਪੈਸਾ ਪੂਸਾ ਵੀ ਨਹੀਂ ਸੀ ਲਿਆ ਕਦੀ ਆਪਣੇ ਏਰੀਏ 'ਚ, ਨਾਲੇ ਸ਼ਗਨ ਦੇ ਆਉਣਾ ਨਾਲੇ ਗਾਣਾ ਗਾਇਆ ਹੋਣਾ। ਹੁਣ MP ਆ, MP ਪੁਣਾ ਵੀ ਕਦੀ ਮੇਰੇ ਨਹੀਂ ਆਇਆ। ਦੱਸੋ ਹਿੰਦੁਸਤਾਨ ਪੂਰੇ 'ਚ ਕਿਹੜਾ MP ਆ ਜਿਹੜਾ ਆਪ ਅਨਾਉਂਸ ਕਰਦਾ ਵੀ ਭਾਈ ਮੈਂ ਇਸ ਨੰਬਰ ਤੇ ਹੁੰਨਾ ਤੇ ਆਪਣਾ ਫੋਨ ਆਪੇ ਹੀ ਚੁੱਕੇ? ਕੀ ਮੇਰੇ ਕੋਲ PA ਹੈ ਨਹੀਂ? ਗੱਡੀ ਭਰੀ ਹੁੰਦੀ, 3-4 ਮੁੰਡੇ ਹੁੰਦੇ ਆ, ਚੰਗੇ ਪੜ੍ਹੇ ਲਿਖੇ ਆ। ਮੈਂ ਤਾਂ ਤਦੇ ਅਨਾਉਂਸ ਕਰਦਾ ਕਿ ਮੈਂ ਫੋਨ ਆਪਣਾ ਚੱਕਾਂ ਕਿ ਮੈਨੂੰ ਕਿਸੇ ਨੂੰ ਕੀ ਪਤਾ ਕਿ ਟਹਿਣਾ ਸਾਹਿਬ ਨਾਲ ਮੇਰੇ ਕਿੱਦਾਂ ਦਾ ਪਿਆਰ ਹੈ, ਕਿਸੇ ਨੂੰ ਕੀ ਪਤਾ ਇਸ ਬੇਟੀ ਥਿੰਦ ਨਾਲ ਕਿਸ ਤਰ੍ਹਾਂ ਦੇ ਮੇਰੇ ਰਿਲੇਸ਼ਨ ਹੈ। PA ਨੂੰ ਨਹੀਂ ਪਤਾ। ਉਹ ਇੱਕ ਗੈਪ ਨਾ ਰਹਿ ਜਾ ਮੇਰੇ ਤੇ ਲੋਕਾਂ ਵਿੱਚ। ਮੈਂ ਤਾਂ ਹਮੇਸ਼ਾ ਸਾਦਗੀ ਦਾ ਦਾਮਨ ਪਕੜਿਆ, ਮੁਹੱਬਤ ਦਾ ਦਾਮਨ ਪਕੜਿਆ। ਕੋਈ ਸ਼ੋਹਰਤ ਮੇਰਾ ਦਿਮਾਗ ਨਹੀਂ ਖਰਾਬ ਕਰ ਸਕੀ, ਕੋਈ ਅਹੁਦਾ ਮੇਰਾ ਦਿਮਾਗ ਖਰਾਬ ਨਹੀਂ ਕਰ ਸਕਿਆ। ਨਾ ਮੈਂ ਇਹ ਛੱਜ ਜਿਹਾ ਕਦੀ ਆਪਣੇ ਚੱਕਿਆ ਮੋਢਿਆਂ ਤੇ ਕਿ ਹੁਣ MP ਬਣ ਗਿਆ ਤੇ ਐਟੀਟਿਊਡ ਆ ਜਾਵੇ। ਮੈਨੂੰ ਪਤਾ ਹੈ ਕਿ ਇਸ ਫਾਰ ਸਰਟਨ ਪੀਰੀਅਡ, ਇਟਸ ਨਾਟ ਫਾਰ ਐਵਰ। ਇਹ ਸੀਜ਼ਨਲ ਹੁੰਦਾ ਹੈ ਬਸ, ਇਹ ਥੋੜ੍ਹਾ ਜਿਹਾ। ਤੇ ਬਸ ਅਦਰਵਾਈਜ਼ ਮੈਂ ਇਸ ਗੱਲ ਨੂੰ ਸਮਝਦਾ ਕਿ ਬੰਦੇ ਨੂੰ ਲੋਕਾਂ 'ਚ ਰਹਿਣਾ ਚਾਹੀਦਾ, ਲੋਕਾਂ ਦੀ ਗੱਲ ਸੁਣਨੀ ਚਾਹੀਦੀ, ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨਾ ਚਾਹੀਦਾ। ਪਰ ਇਹੋ ਜਿਹੇ ਅੰਦੋਲਨ ਨੂੰ ਤੁਸੀਂ ਮੰਨਦੇ ਹੋ ਵੀ ਕਦੇ ਜ਼ਿੰਦਗੀ ਦੇ ਵਿੱਚ ਕਦੇ ਕਦਾਈ ਪੈਦਾ ਹੁੰਦੇ ਆ? ਇੰਨਾ ਏਕਾ, ਇੰਨੀ ਮੁਹੱਬਤ, ਵੱਖ-ਵੱਖ ਸੂਬਿਆਂ ਦੇ ਲੋਕ ਆ ਜਿਹੜੇ ਇੱਕ ਏਕੇ ਦੀ ਤੰਦ ਦੇ ਵਿੱਚ ਪਰੁੰਨੇ ਗਏ ਆ, ਇਹ ਇੱਕ ਚਮਤਕਾਰੀ ਗੱਲ ਨਹੀਂ ਹੋਣੀ ਬੜੀ? ਹਾਂ ਕਮਾਲ ਹੈ ਐ ਜੀ, ਕੋਈ ਬ੍ਰਹਿਮੰਡ ਸਾਰਾ ਆ ਗਿਆ ਹੈ। ਬਹੁਤ ਕਮਾਲ ਦਾ ਸੀਨ ਆ। ਹੁਣ ਥੋੜ੍ਹਾ ਜਿਹਾ ਇੱਕੋ ਹੀ ਆ ਕਿ ਪਲੱਸ ਮਾਈਨਸ ਕਰਕੇ ਦੇਖੋ, ਸਿਆਣਾ ਮਲਾਹ ਉਹ ਹੁੰਦਾ ਜਿਹੜਾ ਬੇੜੀ ਨੂੰ ਪੱਤਣ ਤੇ ਲਾ ਦੇਵੇ, ਲੇਕਿਨ ਉਸ ਤੋਂ ਵੀ ਸਿਆਣਾ ਮਲਾਹ ਉਹ ਆ ਜਿਹੜਾ ਸਵਾਰੀਆਂ ਵੀ ਬਚਾ ਕੇ ਬੇੜੀ ਨੂੰ ਪੱਤਣ ਤੇ ਲਾ ਦੇ। ਇਹ ਨਹੀਂ ਕਿ ਸਵਾਰੀਆਂ ਡੁੱਬੀ ਜਾਣ ਇੱਕ ਇੱਕ ਕਰਕੇ ਤੇ ਇਕੱਲੀ ਬੇੜੀ ਲੈ ਜਾਏ, ਇਸ ਤਰ੍ਹਾਂ ਨਹੀਂ। ਕੋਸ਼ਿਸ਼ ਇਹ ਕਰੋ, ਬੰਦੇ ਗਏ ਨਹੀਂ ਮੁੜਨੇ, ਜ਼ਮੀਨਾਂ ਫਿਰ ਇੱਥੇ ਰਹਿ ਜਾਣੀਆਂ। ਨਾ ਅਸੀਂ ਇਹਦੀ ਬੁੱਕਲ ਮਾਰ ਕੇ ਲਿਜਾਣਾ ਆਪਣੇ ਹੱਕਾਂ ਲਈ। ਜੇ ਕੋਈ ਮਾੜਾ ਮੋਟਾ ਕਸਰ ਲੱਗਦੀ ਵੀ ਆ ਤੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਵੀ, ਮੈਂ ਕਹਿੰਦਾ ਕਿਸੇ ਇੱਕ ਧਿਰ ਨੂੰ ਨਹੀਂ, ਦੋਨਾਂ ਹੀ ਧਿਰਾਂ ਨੂੰ ਮੈਂ ਕਹਿ ਰਿਹਾ ਕਿ ਆਪੋ ਆਪਣੀ ਹਉਮੈ ਮਾਰ ਕੇ, ਹੰਕਾਰ ਮਾਰ ਕੇ ਲੋਕਾਂ ਦੀ ਭਲਾ ਹੋਵੇ ਔਰ ਇਹ ਵਾਈਂਡ ਅਪ ਹੋਵੇ ਜਿੰਨੀ ਜਲਦੀ। ਵਾਈਂਡ ਅਪ ਸ਼ਬਦ ਮੈਂ ਇੰਨੀ ਕੁ ਵਾਰੀ ਯੂਜ਼ ਕੀਤਾ ਔਰ ਹਰ ਲੈਵਲ ਦੇ ਬੰਦੇ ਨੂੰ, ਚਾਹੇ ਮੇਰੇ ਲੀਡਰ ਬਣੇ ਹੱਥ ਜੋੜ ਕੇ ਕਹਿ ਜੀ ਇਹਨੂੰ ਵਾਈਂਡ ਅਪ ਕਰੋ, ਚਾਹੇ ਕੋਈ ਕਿਸਾਨ ਜਥੇਬੰਦੀ ਨੂੰ ਕਿ ਜੀ ਵਾਈਂਡ ਅਪ ਕਰੋ ਜੀ। ਹੁਣ ਜਿਹੜੀ ਚੀਜ਼ ਤੁਹਾਡੇ ਲੈਵਲ ਦੀ ਨਹੀਂ ਰਹਿ ਗਈ, ਹੁਣ ਤਾਂ ਉੱਥੇ ਗੱਲ ਚਲੀ ਗਈ ਕਿ ਆਪਾਂ ਇੰਟਰਵਿਊ ਤਾਂ ਤੁਹਾਡੇ ਪਿਆਰ ਸਦਕੇ ਦਿੰਦਾ, ਮੈਂ ਗੱਲ ਤਾਂ ਕਹਿਣ ਵਾਲੀ ਰਹੀ ਨਹੀਂ ਕੋਈ, ਹੈ ਨਾ ਜੀ। ਤੇ ਬਸ ਹੁਣ ਪ੍ਰੇ ਕਰਨੀ ਚਾਹੀਦੀ ਜੀ। ਸਰ ਤੁਸੀਂ ਇੰਨੀ ਪਿਆਰ ਦੀ, ਮੁਹੱਬਤ ਦੀ ਗੱਲ ਕਰ ਰਹੇ ਹੋ, ਤੁਸੀਂ ਵਾਈਂਡ ਅਪ ਕਰਨ ਦੀ ਗੱਲ ਕਰ ਰਹੇ ਹੋ, ਪਰ ਕੁਝ ਇੱਕ ਲੀਡਰ ਇਹੋ ਜਿਹੇ ਨੇ BJP ਦੇ ਜਿਹੜੇ ਜਦੋਂ ਬੋਲਦੇ ਨੇ ਉਹ ਕੌੜਾ ਹੀ ਬੋਲਦੇ ਨੇ, ਔਰ ਉਹਨਾਂ ਦੇ ਕਰਖਤਪੁਣੇ ਦਾ ਕਰਕੇ, ਉਹਨਾਂ ਦੇ ਕੌੜੇਪਨ ਦਾ ਕਰਕੇ ਲੋਕਾਂ ਦੇ ਵਿੱਚ ਗੁੱਸਾ ਹੋਰ ਜ਼ਿਆਦਾ ਪ੍ਰਚੰਡ ਹੋ ਰਿਹਾ ਹੈ। ਤੁਸੀਂ ਇਹ ਮੰਨਦੇ ਹੋ ਵੀ ਉਹਨਾਂ ਦੀ ਗਲਤੀ ਹੈ ਕਿ ਉਹ ਇੰਨਾ ਕੌੜਾ ਇਦਾਂ ਲੋਕਾਂ ਨੂੰ ਇੱਕਦਮ ਕਰਖਤ ਹੋ ਕੇ ਬੋਲਦੇ ਨੇ? ਹਰਜੀਤ ਸਿੰਘ ਗਰੇਵਾਲ ਦੀ ਗੱਲ ਕਰ ਲਓ, ਹੁਣ ਤਾਂ ਜਿਆੜੀ ਹੋਰੀ ਵੀ ਇਸ ਪਾਲ ਦੇ ਵਿੱਚ ਆ ਗਏ ਆ। ਪੰਜਾਬ ਦੇ ਉਹ ਨੇਤਾ ਜਿਹੜੇ ਕਹਿੰਦੇ ਜੀ ਕਿ ਅਸੀਂ 117 ਦੀਆਂ 117 ਸੀਟਾਂ ਜਿੱਤਾਂਗੇ, ਸਾਨੂੰ ਪਤਾ ਕਿਵੇਂ ਜਿੱਤ ਲਈਦਾ ਹੁੰਦਾ, ਲੋਕਾਂ ਨੇ ਝੱਗਾ ਪਾੜਨਾ। ਉਹਨਾਂ ਦੇ ਬਾਬਤ ਕੀ ਕਹਿਣਾ ਚਾਹੋਗੇ ਵੀ ਇਦਾਂ ਦੀ ਸ਼ਬਦਾਵਲੀ ਮੇਰੇ ਤੇ ਵੀ ਗੱਲ ਲਾਗੂ ਹੁੰਦੀ ਹੈ, ਮੈਂ ਵੀ ਨਾ ਵਰਤਾਂ? ਔਰ ਕੀ ਕਦੀ ਪਾਰਟੀ ਨਹੀਂ ਉਹਨਾਂ ਨੂੰ ਰੋਕਦੀ ਵੀ ਤੁਸੀਂ ਇੰਨੇ ਕਰਖਤ ਹੋ ਕੇ ਨਾ ਚੱਲੋ, ਤੁਹਾਨੂੰ ਇਹ ਗੱਲਾਂ ਬਿਲਕੁਲ ਨਹੀਂ ਕਹਿਣੀਆਂ ਚਾਹੀਦੀਆਂ, ਤੁਸੀਂ ਲੋਕਾਂ ਦੇ ਹੋ ਤੇ ਲੋਕਾਂ ਦੇ ਬਣ ਕੇ ਨਿਕਲੋ? ਗੱਲ ਇਹ ਹੈ ਕਿ ਵੈਸੇ ਤਾਂ ਪਰਸਨ ਟੂ ਪਰਸਨ ਹੀ ਪਤਾ ਹੁੰਦਾ, ਮੈਨੂੰ ਮੇਰੇ ਬਾਰੇ ਪਤਾ ਜੀ। ਆ ਜਿਹੜੀ ਖੋਪੜੀ ਆ ਇਹਦੇ ਵਿੱਚ ਥਾਟ ਪ੍ਰੋਸੈਸ ਆ। ਰੱਬ ਦੇ ਕੰਮ 'ਚ ਰੈਪੂਟੇਸ਼ਨ ਨਹੀਂ ਹੈ, ਜਿੱਦਾਂ ਦਾ ਮੈਂ ਉੱਦਾਂ ਦੇ ਤੁਸੀਂ ਨਹੀਂ, ਜਿੱਦਾਂ ਦੇ ਤੁਸੀਂ ਆ ਉੱਦਾਂ ਦੇ ਤੁਸੀਂ ਨਹੀਂ ਜੀ। ਉਹ ਪਰ ਫਿਰ ਵੀ ਮੈਂ ਬੇਸ਼ੱਕ ਜੂਨੀਅਰ ਆ, ਛੋਟਾ ਆ ਉਹਨਾਂ ਤੋਂ, ਮੈਂ ਇਹ ਕਹਾਂਗਾ ਕਿ ਉਹ ਗੱਲ ਨਾ ਕਰੋ ਜਿਹੜਾ ਕਿਸੇ ਦਾ ਦਿਲ ਦੁਖਾਵੇ ਜਾਂ ਬਲਦੀ ਤੇ ਤੇਲ ਪਾਵੇ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜੀ। ਬਾਕੀ ਉਹ ਪੋਲੀਟੀਕਲੀ ਸਿਆਣੇ ਆ ਮੇਰੇ ਤੋਂ, ਉਹਨਾਂ ਨੂੰ ਇਹੀ ਗੱਲ ਸੂਟ ਕਰਦੀ ਹੋਏਗੀ। ਮੈਂ ਤਾਂ ਇੱਕ ਜਿੱਦਾਂ ਭਾਈ ਕਨ੍ਹਈਏ ਦਾ ਸੇਵਕ ਲਾ ਲਓ, ਜਾਂ ਉਹ ਸੂਫੀ ਆ ਜਿਹੜਾ ਨਾ ਮਤਲਬ ਸਭ ਦੀ ਖੈਰ ਮੰਗਣ ਵਾਲਾ,
ਮੈਂ ਕੋਈ ਧਿਰ ਬਣਿਆ ਹੀ ਨਹੀਂ ਕਦੀ। ਪਿੱਛੇ ਜੇ ਇਹ ਖਬਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਫੈਲੀ ਕਿ ਕਿਸਾਨ ਤਾਂ ਬੈਠੇ ਆ ਇਸ ਵਕਤ ਬਾਰਡਰਾਂ ਦੇ ਉੱਤੇ, ਉਹ ਤਾਂ ਜ਼ਿੰਦਗੀ ਤੇ ਮੌਤ ਦੀ ਬਾਜ਼ੀ ਆ ਜਿਹੜੀ ਉਹ ਖੇਡ ਰਹੇ ਆ, ਤੇ ਤੁਸੀਂ ਆਪਣੇ ਹਲਕੇ ਦੇ ਵਿੱਚ ਜਾ ਕੇ ਤੇ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਵੀ ਖੇਤੀ ਕਾਨੂੰਨ ਤਾਂ ਬੜੇ ਵਧੀਆ। ਕਹਿੰਦੇ ਵੀ ਤੁਹਾਨੂੰ ਜਿਹੜੇ ਤੋਮਰ ਸਾਹਿਬ ਆ ਉਹਨਾਂ ਨੇ ਭੇਜਿਆ ਜੀ ਆਪਣਾ ਸਿਪਾਹੀ ਬਣਾ ਕੇ ਵੀ ਚਲੋ ਜੀ ਬਾਕੀਆਂ ਵਾਂਗੂ ਤੁਸੀਂ ਵੀ ਇਸ ਗੱਲ ਦਾ ਪ੍ਰਚਾਰ ਕਰੋ। ਬੀਜੇਪੀ ਵੈਸੇ ਵੀ ਇਹ ਗੱਲ ਕਹਿੰਦੀ ਵੀ 300 ਦੇ ਕਰੀਬ ਅਸੀਂ ਰੈਲੀ ਕਰਨੀ ਆ, ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਵਾੜ ਕੇ ਆਵਾਂਗੇ। ਵੰਡੇ ਸੀ ਪਰਚੇ, ਵੰਡਾ ਦਿੱਤੇ ਗਏ ਜਾਂ ਬਣਾ ਦਿੱਤੇ ਗਏ? ਇੱਕ ਹੁੰਦਾ ਜਦੋਂ ਤੁਸੀਂ ਪਾਰਟੀ ਵਿੱਚ ਆ, ਡਿਊਟੀ ਬਾਉਂਡ ਆ, ਇਹ ਤਾਂ ਗੱਲ ਤੁਸੀਂ ਸਮਝਦੇ ਆ, ਪਰ ਇੱਕ ਵੀ ਬੋਲ ਮੇਰੇ ਮੂੰਹ ਕਦੀ ਨਿਕਲਿਆ ਹੋਵੇ। ਅੱਜ ਕੱਲ੍ਹ ਤਾਂ ਜਿੱਥੇ ਜਾਂਦੇ ਪਿੱਛੇ ਕੈਮਰਾ ਹੁੰਦਾ, ਹਰ ਬੰਦੇ ਕੋਲ ਕੈਮਰਾ ਆ, ਚਾਹੇ ਇਸ ਸ਼ਕਲ 'ਚ ਚਾਹੇ ਮੋਬਾਈਲ ਦੀ ਸ਼ਕਲ 'ਚ। ਮੈਂ ਤਾਂ ਕਦੀ ਕੋਈ ਐਸਾ ਲਫ਼ਜ਼ ਨਹੀਂ ਕਿਹਾ ਜਿਹੜਾ ਕਿਸਾਨ ਔਰ ਕਿਸਾਨੀ ਦੇ ਖਿਲਾਫ ਹੋਵੇ। ਪਰਚੇ ਵੰਡੇ ਗਏ ਮੇਰੇ ਇਲਾਕੇ 'ਚ, ਲੇਕਿਨ ਜੇ ਮੇਰਾ ਕੋਈ ਕਾਰਕੁਨ ਵੀ ਵੰਡਦਾ, ਮੈਂ ਆਪ ਨਹੀਂ ਵੀ ਗਿਆ ਫਰਜ਼ ਕਰ ਲਓ, ਮੈਂ ਉਹਦੇ ਲਈ ਜ਼ਿੰਮੇਵਾਰ ਹਾਂ। ਉਹ ਵੰਡੇ ਗਏ ਪਰਚੇ, ਲੇਕਿਨ ਜਿਹੜੀ ਅਖਬਾਰਾਂ 'ਚ ਖਬਰ ਆਈ ਮੇਰੇ ਹਵਾਲੇ ਨਾਲ ਕਿ ਮੈਂ ਬੋਲ ਰਿਹਾ ਇਸ ਤਰ੍ਹਾਂ ਇੱਕ ਲਫ਼ਜ਼ ਕੋਈ ਕੱਢ ਕੇ ਦਿਖਾਵੇ, ਅੱਜ ਕੱਲ੍ਹ ਤਾਂ ਛੁਪ ਹੀ ਨਹੀਂ ਸਕਦੀ। ਮੈਂ ਕਦੀ ਨਹੀਂ ਐਸਾ ਕੀਤਾ। ਉਹ ਸਿਰਫ ਤੁਹਾਡੇ ਨਾਲ ਉਹ ਗੱਲ ਜੋੜ ਦਿੱਤੀ ਗਈ ਕਿ ਤੁਸੀਂ ਪਰਚੇ ਵੰਡ ਕੇ ਆਏ ਹੋ, ਤੁਸੀਂ ਜਾ ਕੇ ਪ੍ਰਚਾਰ ਕਰਕੇ ਆਏ ਹੋ ਖੇਤੀ ਕਾਨੂੰਨਾਂ ਦਾ। ਮੈਂ ਸਿਰਫ ਇਹ ਪ੍ਰਚਾਰ ਕੀਤਾ ਹੁੰਦਾ ਜਦੋਂ ਵੀ ਮੈਂ ਬੋਲਦਾ, ਚਾਹੇ ਮੈਂ ਇੱਥੇ ਬੋਲਾਂ ਚਾਹੇ ਉੱਥੇ ਬੋਲਾਂ, ਚਾਹੇ ਮੈਂ ਆਪਣੀ ਪਾਰਟੀ ਦੇ 5 ਬੰਦਿਆਂ 'ਚ ਵੀ ਬੋਲਿਆ, ਮੈਂ ਇਹੀ ਕਿਹਾ ਇਹ ਭਾਈ ਅਰਦਾਸ ਕਰੋ ਕਿਸਾਨ ਜਥੇਬੰਦੀਆਂ ਜਲਦੀ ਤੋਂ ਜਲਦੀ ਔਰ ਸਰਕਾਰ ਜਲਦੀ ਤੋਂ ਜਲਦੀ ਕੋਈ ਨਾ ਕੋਈ ਹੱਲ ਕੱਢੇ। ਉਹ ਸਾਰੇ ਜਿਹੜਾ ਮੈਂ ਬੋਲਦਾ, ਮੇਰਾ ਤਾਂ ਲਾਈਵ ਆਉਂਦਾ ਫੇਸਬੁੱਕ ਤੇ। ਕਦੀ ਤੁਸੀਂ ਦੱਸੋ ਕੋਈ ਤਕਸੀਮ ਕਰਦਿਆਂ ਜਾਂ ਵੰਡਦਿਆਂ ਜਾਂ ਬੋਲਦਿਆਂ ਮੇਰੇ ਮੂੰਹੋਂ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਇੱਕ ਲਫ਼ਜ਼ ਵੀ ਐਸਾ ਨਿਕਲਿਆ ਹੋਵੇ ਜਿਹੜਾ ਕਿਸਾਨੀ ਪੰਜਾਬ ਪੰਜਾਬੀਅਤ ਦੇ ਖਿਲਾਫ ਹੋਵੇ? ਬਾਕੀ ਇਹ ਹੈ ਕਿ ਜਦੋਂ ਸਭ ਦਾ ਇੱਕ ਹਵਾ ਹੁੰਦੀ, ਇੱਕ ਫਿਜ਼ਾ ਹੁੰਦੀ ਆ, ਜਦੋਂ ਉਲਟ ਚੱਲਦੀ ਆ ਤੇ ਸਮਝਣਾ ਇਹ ਚਾਹੀਦਾ। ਅਸੀਂ ਮੰਨਦੇ ਉਹਨਾਂ ਲੋਕਾਂ ਨੂੰ ਆ, ਮੇਰੇ ਜਿਹੜੇ ਆਈਡੀਅਲ ਆ, ਜਿੱਦਾਂ ਹਜ਼ੂਰ ਪਾਕ ਉਹਨਾਂ ਨੂੰ ਕਹਿੰਦੇ ਸੀ, ਇੱਕ ਮਹੱਲੇ 'ਚੋਂ ਲੰਘਿਆ ਕਰਨ ਤੇ ਸਾਰੇ ਤਾਂ ਹਜ਼ੂਰ ਪਾਕ ਕਹਿਣ, ਰਹਿਮਤ ਉਲ ਆਲਮੀਨ ਕਹਿਣ, ਵੀ ਸਾਰਿਆਂ ਦਾ ਰਾਖਾ। ਜਿੱਦਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਇੱਦਾਂ ਹਜ਼ੂਰ ਪਾਕ ਨੂੰ ਮੰਨਦੇ ਸੀ ਲੋਕ। ਤੇ ਇੱਕ ਔਰਤ ਜਦੋਂ ਲੰਘਿਆ ਕਰੇ ਤਾਂ ਉਹਦੇ ਸਵਾਹ ਸਿੱਟ ਦਿਆ ਕਰੇ ਸਿਰ ਤੇ। ਨਾਲ ਉਦੋਂ ਚੇਲੇ ਸੀ ਹਜ਼ਰਤ ਉਮਰ ਵਰਗੇ, ਸਦੀਕ ਸਾਹਿਬ ਵਰਗੇ, ਤਾਂ ਉਹ ਤਲਵਾਰਾਂ ਕੱਢ ਲਿਆ ਕਰਨ ਕਿ ਨਹੀਂ ਬੇਟਾ ਕੋਈ ਗੱਲ ਨਹੀਂ, ਉਹਦਾ ਆਪਣਾ ਕੋਈ ਹੋਏਗਾ, ਕੋਈ ਗੁੱਸਾ ਰੰਜਿਸ਼ ਉਹਦਾ ਹੋਏਗਾ। ਉਹ ਲੰਘਿਆ ਕਰਨ, ਇਹ ਚੱਲਦਾ ਰਿਹਾ ਬਹੁਤ ਦੇਰ। ਇੱਕ ਦਿਨ ਕੀ ਹੋਇਆ, ਉੱਥੋਂ ਦੀ ਲੰਘੇ ਤਾਂ ਸਿੱਟੀ ਨਹੀਂ ਸਵਾਹ, ਤੇ ਕਹਿਣ ਲੱਗੇ ਮਾਈ ਸਾਹਿਬਾ ਠੀਕ ਆ, ਇੱਕ ਅੱਜ ਉਹਨੇ ਕੀਤਾ ਨਹੀਂ ਆਪਣਾ ਕਰਮ ਜਿਹੜਾ ਰੋਜ਼ ਰਾਖ ਜੀ ਸਿੱਟਦੀ ਸੀ। ਕਹਿੰਦੇ ਜੀ ਬਿਮਾਰ ਆ। ਓਹੋ, ਕਹਿੰਦੇ ਬੜੀ ਮਾੜੀ। ਉਹਦੇ ਘਰ ਚਲੇ ਗਏ, ਜਾ ਕੇ ਉਹਨੂੰ ਪੁੱਛਿਆ ਬੀਬੀ ਸਾਹਿਬਾ ਤੁਸੀਂ ਠੀਕ ਹੋ? ਕਹਿੰਦੀ ਮੈਂ ਬਿਮਾਰ ਆ, ਮੇਰੇ ਲਈ ਦੁਆ ਕਰ। ਉਹਨੇ ਦੁਆ ਕੀਤੀ, ਉਹ ਠੀਕ ਹੋ ਗਈ। ਤੇ ਠੀਕ ਹੋ ਕੇ ਕਹਿੰਦੀ ਤੂੰ ਇੱਦਾਂ ਦਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਉਹਨੇ ਕਿਹਾ ਮੈਂ ਇੱਦਾਂ ਦਾ ਹੀ ਹਾਂ, ਅਸੀਂ ਇੱਦਾਂ ਦੇ ਹਾਂ, ਅਸੀਂ ਮੁਰਸ਼ਦ ਵਾਲੇ ਹਾਂ, ਅਸੀਂ ਗੁਰੂ ਵਾਲੇ ਹਾਂ, ਤੇਰਾ ਆਪਣਾ ਕਿਰਦਾਰ ਸੀ। ਤਾਂ ਉਸ ਦਿਨ ਤੋਂ ਬਾਅਦ ਉਹਨੂੰ ਪਿਆਰ ਕਰਨ ਲੱਗ ਪਈ ਮਾਤਾ। ਸੋ ਅਸੀਂ ਉਹਨਾਂ ਨੂੰ ਮੰਨਣ ਵਾਲੇ ਹਾਂ। ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੱਲ ਕਰੀਏ, ਉਹ ਕਹਿੰਦੇ ਜੇ ਰਾਜ ਕਰਾਵੇਂ ਤਾਂ ਤੇਰੀ ਉਪਮਾ, ਜੇ ਭੀਖ ਮੰਗਾਏ ਤਾਂ ਕਿਆ ਘਟ ਜਾਏ, ਫੇਰ ਕਿਹੜਾ ਮੈਂ ਦਾਤੇ ਦਾ ਦਰਵਾਜ਼ਾ ਛੱਡ ਦੇਣਾ। ਮੈਂ ਤਾਂ ਉੱਤੇ ਟਿਕਿਆ ਹਾਂ। ਪਿਛਲੀ ਵਾਰੀ ਜਦੋਂ ਅਸੀਂ ਸਿੰਘੂ ਬਾਰਡਰ ਦੇ ਉੱਤੇ ਆਏ, ਇੱਕ ਟਾਵਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਪੁੱਠਾ ਕਰਕੇ ਟੰਗਿਆ, ਲੱਤਾਂ ਤਾਂ ਸਿਰ ਠਾਂ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿਉਂ? ਕਹਿੰਦੇ ਜਿਸ ਦਿਨ ਸਿੱਧੇ ਕੰਮ ਕਰਨਗੇ ਸਿੱਧਾ ਕਰ ਦਿਆਂਗੇ। ਤੁਸੀਂ ਕਦੇ ਪ੍ਰਧਾਨ ਮੰਤਰੀ ਹੋਰਾਂ ਨੂੰ ਇਹ ਗੱਲ ਕਹੀ ਕਿ ਇਸ ਵਕਤ ਪੰਜਾਬੀਆਂ ਦੇ ਮਨਾਂ ਦੇ ਵਿੱਚ ਇਹ ਧਾਰਨਾ ਬਣੀ ਪਈ ਆ ਪੰਜਾਬੀ ਇੱਦਾਂ ਦੀ ਗੱਲ ਬਰਦਾਸ਼ਤ ਨਹੀਂ ਕਰਦੇ? ਤੁਹਾਡੇ ਕੋਲੋਂ ਹੁਣ ਜਦੋਂ ਇੰਨਾ ਮਾਹੌਲ ਭਖ ਗਿਆ, ਇੰਨਾ ਅੰਦੋਲਨ ਅੱਗੇ ਵੱਧ ਗਿਆ, ਕਦੇ ਤੋਮਰ ਸਾਹਿਬ ਨੇ ਜਾਂ ਅਮਿਤ ਸ਼ਾਹ ਹੋਰਾਂ ਨੇ ਜਾਂ JP ਨੱਡਾ ਹੋਰਾਂ ਨੇ ਜਾਂ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਰਾਏ ਲਈ ਕਿ ਨਹੀਂ ਵੀ ਤੁਸੀਂ ਤਾਂ ਪੰਜਾਬ ਦੇ ਜੰਮੇ ਜਾਏ ਆ, ਤੁਹਾਨੂੰ ਪੰਜਾਬੀਆਂ ਦੀ ਸੋਚ ਦਾ, ਪੰਜਾਬੀਆਂ ਦੇ ਸਿਰੜ ਦਾ ਪਤਾ, ਦੱਸੋ ਆਪਾਂ ਕੀ ਕਰੀਏ ਹੁਣ? ਗੱਲ ਇਹ ਹੈ ਕਿ ਇਹ ਪਤਾ ਨਹੀਂ ਕਿਵੇਂ ਹੋ ਗਿਆ, ਕਿੱਦਾਂ ਇਹ ਹੋ ਗਿਆ ਸਾਰਾ ਕੁਛ, ਹੈਰਾਨ ਹਾਂ ਮੈਂ। ਅਦਰਵਾਈਜ਼ ਤੁਸੀਂ ਪਿੱਛੇ ਦੇਖੋ ਕਿ ਇੱਕ ਵਾਰੀ ਇਹਨਾਂ ਨੇ ਖੁਦ ਨਤੀਸ਼ ਕੁਮਾਰ ਜੀ ਨੂੰ ਕਿਹਾ ਸੀ ਕਿ ਪਟਨਾ ਸਾਹਿਬ 'ਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਏ, ਉੱਥੇ ਉਹਨਾਂ ਦਾ ਗੁਰਪੁਰਬ ਮਨਾਈਏ। ਜੇ ਹਿਸਟਰੀ 'ਚ ਉੱਦਾਂ ਦੀ ਸਟੇਜ ਹੀ ਨਹੀਂ ਬਣੀ ਹੋਏਗੀ, ਤੁਸੀਂ ਦੇਖਿਆ ਹੋਏਗਾ ਲਾਈਵ ਟੈਲੀਕਾਸਟ ਹੋਇਆ ਸਾਰੇ ਜਹਾਨ ਨੇ, ਇਸ ਤਰ੍ਹਾਂ ਗੁਰਪੁਰਬ ਮਨਾਇਆ।
ਫਿਰ ਕਰਤਾਰਪੁਰ ਸਾਹਿਬ ਵਾਲੇ ਲਾਂਘੇ ਦੀ ਗੱਲ ਸੀ, ਉਹਦੇ ਵਿੱਚ ਮੈਂ ਸ਼ਾਮਲ ਸੀ। ਫਿਰ ਉਹਨਾਂ ਨੇ ਕਿਹਾ ਕਾਕਾ ਇੱਕ ਇੱਕ ਚੀਜ਼ ਦੇਖਣੀ ਆ, ਤੁਸੀਂ ਪੰਜਾਬ 'ਚ ਕੋਈ ਕਮੀ ਨਾ ਛੱਡਿਓ। ਪੜੋਸੀ ਮੁਲਕ ਨੇ ਜੇ ਅੱਛਾ ਕੰਮ ਕੀਤਾ ਤੇ ਆਪਾਂ ਉਸ ਇਸ ਤਰ੍ਹਾਂ ਦਾ ਬਣਾਓ ਸੈਟਅਪ ਕਿ ਨੰਬਰ 1 ਦੁਨੀਆ ਦੇਖੇ। ਇੱਕ ਇੱਕ ਚੀਜ਼ ਨੂੰ ਚੈੱਕ ਕਰਦੇ ਸੀਗੇ। ਫਿਰ ਆਏ ਉਦਘਾਟਨ ਤੇ, ਤੁਸੀਂ ਦੇਖਿਆ ਕਿ ਪੱਗ ਵੀ ਬੰਨੀ ਹੋਈ ਸੀ ਤੇ ਥੱਲੇ ਬੈਠ ਕੇ ਲੰਗਰ ਵੀ ਛਕਿਆ। ਹੁਣ ਆਹ ਜਿਹੜੀ ਗੱਲ ਆ, ਇਹ ਤਾਂ ਪਤਾ ਹੀ ਨਹੀਂ ਕੋਈ ਸਟਾਰ ਐਸੇ ਜਾਂ ਕੋਈ ਕਾਨੂੰਨ, ਤੇ ਹੁਣ ਸਾਰੇ ਜਣੇ ਰਲ ਕੇ ਮਨਾਉਂਦੇ ਆ ਤੇ ਬੰਦੇ ਤੇ ਫਿਰ ਇੱਕ ਤੇ ਪੈ ਜਾਂਦੀ ਆ ਮੋਹਰੀ ਤੇ। ਕੈਪਟਨ ਨੂੰ ਹੁੰਦਾ ਕ੍ਰੈਡਿਟ ਐਂਡ ਡਿਸਕ੍ਰੈਡਿਟ। ਮੇਰਾ ਖਿਆਲ ਹੈ ਉਹਨਾਂ ਨੂੰ ਵੀ ਨਹੀਂ ਪਤਾ ਹੋਏਗਾ ਕਿ ਇਸ ਤਰ੍ਹਾਂ ਦਾ ਕੋਈ, ਉਹਨਾਂ ਨੇ ਤਾਂ ਇਹੀ ਸੋਚਿਆ ਹੋਏਗਾ ਕਿ ਸ਼ਾਇਦ, ਕਿਉਂਕਿ ਗਾਈਡ ਐਸਾ ਕੀਤਾ। ਹੁਣ ਬੰਦੇ ਏਡੇ ਮੀਟਿੰਗਾਂ ਹੋਈਆਂ, ਉਹ ਨੀਤੀ ਆਯੋਗ ਦੀਆਂ ਮੀਟਿੰਗਾਂ ਹੋਈਆਂ, ਫਿਰ ਪੁੱਛਿਆ ਹੋਏਗਾ, ਸਿਸਟਮ ਹੈ ਨਾ ਇੱਕ, ਤੇ ਸਾਰਿਆਂ ਨੇ ਕਿਹਾ ਹੋਏਗਾ ਬਹੁਤ ਅੱਛਾ, ਤੋਂ ਕਨਵਿੰਸ ਹੋ ਗਏ ਹੋਣਗੇ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਮਾੜੀਆਂ ਸਲਾਹਾਂ ਲੈ ਬੈਠੀਆਂ ਨੇ। ਮਤਲਬ ਹੁਣ ਕ੍ਰੈਡਿਟ ਡਿਸਕ੍ਰੈਡਿਟ ਤਾਂ ਮੈਂ ਅਰਜ਼ ਕੀਤੀ ਕਿ ਕੈਪਟਨ ਨੂੰ ਹੀ ਜਾਂਦਾ ਨਾ ਜੀ, ਲੇਕਿਨ ਉਹਨਾਂ ਦੀ ਨੀਤ ਹੋ ਸਕਦਾ ਆਪਾਂ ਕਿਸੇ ਦੇ ਵਿੱਚ ਵੜ ਕੇ ਥੋੜੀ ਦੇਖਿਆ। ਉਹਨਾਂ ਨੇ ਤੇ ਹਮੇਸ਼ਾ, ਦੇਖੋ ਕਿਹੜਾ ਪੋਲੀਟੀਸ਼ੀਅਨ ਇੰਨਾ ਨੁਕਸਾਨ ਕਰਾਏਗਾ ਆਪਣਾ ਆਪ ਹੀ। ਉਹ ਤਾਂ ਇਹ ਪੋਲੀਟੀਸ਼ੀਅਨ ਤੇ ਇਹ ਚਾਹੁੰਦਾ ਮੇਰੀ ਪੂਜਾ ਹੋਵੇ, ਤੇ ਉਹ ਥੋੜੀ ਚਾਹੁੰਦਾ ਮੇਰਾ ਇਸ ਤਰ੍ਹਾਂ ਦਾ ਕੋਈ ਸੀਨ ਹੋਵੇ। ਐਸਾ ਹੋ ਗਿਆ, ਹੁਣ ਹੋ ਗਿਆ ਤੇ ਦੋਨਾਂ ਹੀ ਤਰ੍ਹਾਂ ਦਾ ਹੁਣ ਪ੍ਰੈਸਟੀਜ ਦਾ ਸਵਾਲ ਬਣਿਆ। ਜਦੋਂ ਮੀਟਿੰਗਾਂ ਦਾ ਸਿਲਸਿਲਾ ਨਹੀਂ ਸੀ ਸ਼ੁਰੂ ਹੋਇਆ, ਤੁਸੀਂ ਬਲਵੀਰ ਸਿੰਘ ਰਾਜੇਵਾਲ ਤੇ ਕੁਝ ਹੋਰ ਕਿਸਾਨ ਆਗੂਆਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਹਾਂਜੀ ਵੀ ਆਪਾਂ ਚਲੋ ਵਿਚਾਲੇ ਪੁਲ ਦਾ ਕੰਮ ਕਰਕੇ ਤੇ ਮਸਲਾ ਹੱਲ ਕਰਦੇ ਆ। ਉਹ ਨਹੀਂ ਮਸਲਾ ਹੱਲ ਹੋਇਆ। ਉਸ ਤੋਂ ਬਾਅਦ ਕਈ ਕਿਸਾਨ ਆਗੂਆਂ ਦੇ ਤੁਹਾਡੇ ਲਈ ਤੱਤੇ ਭਾਰੇ ਬੋਲ ਵੀ ਆਏ ਕਿ ਹੰਸਰਾਜ ਹੰਸ ਆਵੇ, ਅਸੀਂ ਤਾਂ ਕੱਲਾ ਕੱਲਾ ਵਾਲ ਕਰ ਦੇਣਾ, ਅਸੀਂ ਤਾਂ ਵਾਲ ਖਿਲਾਰ ਦੇਣੇ ਆ, ਅਸੀਂ ਐਂ ਕਰ ਦੇਣੇ ਆ। ਉਹਨਾਂ ਦੇ ਪ੍ਰਤੀ ਹੁਣ ਮਨ ਦੇ ਵਿੱਚ ਹਰਖ ਦੀ ਭਾਵਨਾ ਕਿੰਨੀ ਕਾ? ਮੈਂ ਸਪੌਂਟੇਨੀਅਸ ਹੀ ਹੁੰਦਾ, ਬਸ ਇਨਸਟੈਂਟ ਰਿਐਕਸ਼ਨ। ਸਦਾ ਵਾਸਤੇ ਰੰਜਿਸ਼ ਲੈ ਕੇ ਤਾਂ ਮੈਂ ਜੀ ਨਹੀਂ ਸਕਦਾ। ਮੇਰਾ ਜਨਮ ਮੁਹੱਬਤ ਲਈ ਹੋਇਆ, ਨਫ਼ਰਤ ਲਈ ਥੋੜੀ ਹੋਇਆ। ਉਹਨਾਂ ਦੇ ਉਹ ਵੀ ਕਿਸੇ ਖਾਸ ਵੇਗ 'ਚ ਕਹਿ ਗਏ ਹੋਣਗੇ, ਤੇ ਗਾਲ ਤਾਂ ਮੇਰੇ ਪਿਤਾ ਜੀ ਨੂੰ ਵੀ ਕੱਢੀ ਸੀ। ਤੇ ਮੈਂ ਕੀ ਨਹੀਂ ਪਾਪੜ ਵੇਲੇ। ਇਹ ਚੰਗੀ ਗੱਲ ਹੈ ਕਿ ਮੇਰੇ ਗਵਾਹ ਸੱਚੇ ਸੁੱਚੇ ਬੰਦੇ ਆ, ਕੱਲ ਨੂੰ ਉਹਨਾਂ ਤੋਂ ਪੁੱਛਣਗੇ ਤੇ ਉਹ ਕਹਿ ਦੇਣਗੇ ਹਾਂ ਇਸ ਬੰਦੇ ਨੇ ਬਹੁਤ ਐਫਰਟਸ ਕੀਤੇ। ਹੁਣ ਜਤਿੰਦਰ ਪੰਨੂ ਸਾਹਿਬ ਕਿੰਨੀ ਵੱਡੀ ਅਜ਼ੀਮ ਸ਼ਖਸੀਅਤ ਹੈ, ਉਹ ਇਸ ਚੀਜ਼ ਦੇ ਗਵਾਹ ਆ। ਉਹਨਾਂ ਨੇ ਕਿਹਾ ਸੀ, ਮੈਂ ਰਾਜੇਵਾਲ ਸਾਹਿਬ ਨੂੰ ਮੈਂ ਕਿਹਾ ਗਾਲਾਂ ਗੂਲਾਂ ਤੁਸੀਂ, ਕਹਿੰਦੇ ਇਹ ਚੰਗਾ ਬੰਦਾ। ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਹੁਣ ਬਾਰ-ਬਾਰ ਅੱਛਾ ਨਹੀਂ ਲੱਗਦਾ। ਮੈਂ ਹੰਸਰਾਜ ਹੰਸ ਤੋਂ ਕਈ ਵਾਰੀ ਫਿਰ ਸੋਚਦਾ ਕਿ ਸੇਮ ਗੱਲ ਰਿਪੀਟ ਹੋ ਰਹੀ, ਪਰ ਤੁਸੀਂ ਪੁੱਛਿਆ ਤਾਂ ਮੈਂ ਦੱਸ ਦਿੰਦਾ ਜੀ। ਤੇ ਕਿ ਮੈਂ ਉਹਨਾਂ ਨੂੰ ਕਾਲ ਕੀਤੀ। ਉਹ ਵਾਕਈ ਚੰਗਾ ਇਨਸਾਨ ਹੈ, ਪੜ੍ਹਿਆ ਲਿਖਿਆ, ਇਜ਼ ਵੈਲ ਐਜੂਕੇਟਡ, ਵੈਲ ਮੈਨਰਡ। ਬਹੁਤ ਤਹਿਜ਼ੀਬ ਨਾਲ ਉਹਨਾਂ ਨੇ ਗੱਲ ਕੀਤੀ। ਉਦੋਂ ਤੱਕ ਉਹਨਾਂ ਦੀ ਕੋਈ ਮੀਟਿੰਗ ਨਹੀਂ ਸੀ ਹੋਈ, ਉਦੋਂ ਤੱਕ ਕੋਈ ਮੰਤਰੀ ਸਾਹਿਬ ਨਾਲ ਨਹੀਂ ਗੱਲ ਹੋਈ ਸੀ। ਮੈਂ ਗੱਲ ਕਰਾਈ, ਆਪ ਕਰਾਈ ਗੱਲ, ਲੰਬੀ ਗੱਲ ਹੋਈ। ਉਸ ਤੋਂ ਬਾਅਦ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ। ਉਹ ਹੁੰਦਾ ਨਾ ਵਿਚੋਲੇ ਨੂੰ ਫਿਰ ਪੁੱਛਦਾ ਹੀ ਕੋਈ ਨਹੀਂ, ਨਾ ਉਹਨਾਂ ਨੇ ਪੁੱਛਿਆ ਨਾ ਇਹਨਾਂ ਨੇ ਪੁੱਛਿਆ। ਮੇਰੀ ਐਫਰਟਸ, ਮੇਰੀ ਨੀਤ 'ਚ ਕੋਈ ਨਹੀਂ। ਇਹ ਬੰਦੇ ਜੀਂਦੇ ਹੀ ਨੇ ਧਰਤੀ ਤੇ, ਲੱਭੀ ਉਭਰ ਕਰੇ ਪੁੱਛ ਲਓ, ਫੋਨ ਮਿਲਾ ਕੇ ਪੁੱਛ ਲਓ। ਮੇਰੀਆਂ ਤਾਂ ਸਿੱਧੀਆਂ ਗੱਲਾਂ ਆ ਕਿ ਜੇ ਮੈਂ ਝੂਠ ਬੋਲਦਾ ਕ੍ਰਾਸ ਚੈੱਕ ਕਰੋ। ਇੱਕ ਬੜਾ ਮਹੱਤਵਪੂਰਨ ਸਵਾਲ ਆ ਵੀ ਹੁਣ 2022 ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਉੱਤੇ ਦੋਸ਼ਾਂ ਦੀ ਵਾਛੜ ਕਰ ਰਹੀਆਂ। ਹਾਂਜੀ, ਇੱਕ ਧਿਰ ਕਹਿੰਦੀ ਆ ਵੀ ਨਾ ਫਲਾਣਾ ਤਾਂ ਨਾਲ ਰਲਿਆ ਹੋਇਆ ਹਾਲੇ ਵੀ ਕੇਂਦਰ ਦੇ, ਦੂਜੀ ਧਿਰ ਕਹਿੰਦੀ ਨਾ ਅਸੀਂ ਚੰਗੇ ਆ, ਉਹ ਤਾਂ ਬਚਪਨ ਤੋਂ ਹੀ ਨਾਲ ਰਲਿਆ ਹੋਇਆ, ਤੀਜੀ ਧਿਰ ਕਹਿੰਦੀ ਅਸੀਂ ਠੀਕ ਆ, ਇਹ ਦੋਵੇਂ ਹੀ ਨਾਲ ਰਲੇ ਹੋਏ ਆ, ਇਹ ਫਲਾਣੇ ਨੇਤਾ ਨਾਲ ਗੱਲ ਕਰਦੇ, ਫਲਾਣੇ ਨਾਲ ਕਰਦੇ ਆ। ਤੁਹਾਨੂੰ ਲੱਗਦਾ ਵੀ ਬੀਜੇਪੀ ਦੇ ਪੈਰ ਲੱਗਣਗੇ ਇਸ ਹਾਲਾਤ ਦੇ ਵਿੱਚ 2022 ਦੇ ਵਿੱਚ ਪੰਜਾਬ ਦੇ ਅੰਦਰ? ਮੈਂ ਜਿਸ ਪਾਰਟੀ ਨਾਲ ਜਿੰਨੀ ਦੇਰ ਵੀ ਰਿਹਾ ਆ, ਮੈਂ ਉਹਦੇ ਲਈ ਚੰਗਾ ਹੀ ਸੋਚਿਆ ਤੇ ਮਿਹਨਤ ਵੀ ਬਹੁਤ ਕੀਤੀ ਆ। ਚਾਹੇ ਅਕਾਲੀ ਦਲ ਨਾ ਹੋਵਾਂ, ਜੇ ਕਾਂਗਰਸ 'ਚ ਗਿਆ ਸੀ ਕਿੰਨੇ ਧੱਕੇ ਖਾਂਦਾ ਸੀ, ਮੇਰੀ ਡਿਊਟੀ ਲੱਗੇ ਨਾ ਲੱਗੇ, ਮਾਝਾ ਮਾਲਵਾ ਦੁਆਬਾ ਸਾਰੇ ਲੋਕ ਗਵਾਹ ਆ। ਆ ਜਿਹੜੇ ਹੁਣ ਮੰਤਰੀ ਵਗੈਰਾ ਬਣੇ ਆ, ਇਹ ਸਾਰਾ ਉਹਦੇ ਵਿੱਚ ਮੇਰਾ ਵੀ ਯੋਗਦਾਨ ਹੈਗਾ ਹੀ ਆ। ਉਸ ਗੱਲ ਨੂੰ ਕੈਪਟਨ ਸਾਹਿਬ ਵੀ ਮੰਨਦੇ ਕਿ ਇਹਨੇ ਮਿਹਨਤ ਬਹੁਤ ਕੀਤੀ ਸੀ। ਹੁਣ ਮੈਂ ਬੀਜੇਪੀ ਵਿੱਚ ਹਾਂ ਤੇ ਮੈਂ ਬੀਜੇਪੀ ਦਾ ਪਾਰਟੀ ਦਾ ਬੁਰਾ ਤਾਂ ਕਦੀ ਸੋਚਾਂਗਾ ਤੇ ਮੈਂ ਅਕਿਰਤ ਘਣ ਵੀ ਹਾਂ, ਨਾ ਸ਼ੁਕਰਾ ਵੀ ਹਾਂ। ਮੈਂ ਇੱਥੋਂ ਵੀ ਸਮਝ ਲਓ ਮੈਂ ਠੀਕ ਨਹੀਂ ਸਮਝਾਂਗਾ, ਦੁਨੀਆ ਤੋਂ ਉੱਪਰ ਵੀ ਮੈਨੂੰ ਠੀਕ ਨਹੀਂ ਸਮਝਿਆ ਜਾਏਗਾ ਮਾਲਕ ਦੀ ਦਰਗਾਹ 'ਚ। ਮੈਂ ਤਾਂ ਕਦੀ ਬੁਰਾ ਨਹੀਂ ਸੋਚਾਂਗਾ ਪਾਰਟੀ ਦਾ, ਲੇਕਿਨ ਲੋਕਾਂ ਦਾ ਕੀ ਪਤਾ ਲੱਗਦਾ। ਹੁਣ ਕੋਈ ਜ਼ਮਾਨਾ ਸੀ ਲੱਗਦਾ ਸੀ ਤਲਾ ਮੁਲਾ ਹੀ ਪੱਟਿਆ ਜਾਏਗਾ, ਜਿਨ੍ਹਾਂ ਲੋਕਾਂ ਨੇ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ, ਬਲੂ ਸਟਾਰ ਆਪਰੇਸ਼ਨ ਕੀਤਾ, ਲੱਖਾਂ ਮੁੰਡੇ ਮਰੇ, ਸਾਡੇ ਬੱਚੇ। ਉਦੋਂ ਤਾਂ ਮੈਂ ਵਿੱਚ ਹੀ ਸੀ, ਤੁਹਾਨੂੰ ਪਤਾ ਹੀ ਹੈ ਮੇਰਾ ਕੀ ਰੋਲ ਸੀ। ਉਸ ਤੋਂ ਬਾਅਦ 84 ਦੇ ਦੰਗੇ ਹੋਏ
ਤੇ ਲੱਗਦਾ ਸੀ ਇਹ ਪਾਰਟੀ ਕੁਝ ਜਿੱਤੇ, ਪਰ ਉਹ ਸਭ ਤੋਂ ਦੇਖ ਲਓ ਮੈਜੋਰਟੀ ਨਾਲ ਜਿੱਤਿਆ ਰਾਜੀਵ ਗਾਂਧੀ। ਉੱਥੇ ਬੇਅੰਤ ਸਿੰਘ ਨੇ ਸਰਕਾਰ ਬਣਾਈ ਸੀ। ਤੇ ਪਤਾ ਨਹੀਂ ਲੱਗਦਾ ਲੋਕਾਂ ਦਾ ਹੁਣ ਕੀ ਕਹਿ ਸਕਦੇ ਆ ਕਿ ਤੁਹਾਡੇ ਸਮਾਂ ਆਉਣ ਖਿਆਲ ਦੇ ਵਾਲਾ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੂੰ ਜਾਂ ਅਮਿਤ ਸ਼ਾਹ ਨੂੰ ਕਿਹਨੇ ਰਾਏ ਦਿੱਤੀ ਹੋਊਗੀ ਮੋਟੀ ਜੀ ਵੀ ਭਾਈ ਆਪਾਂ ਆਹ ਕਾਨੂੰਨ ਬਣਾ ਲਈਏ ਤਾਂ ਇਹਦੇ ਨਾਲ ਨੁਕਸਾਨ ਕੋਈ ਨਹੀਂ ਹੋਣਾਗਾ, ਇਹਦੇ ਨਾਲ ਫਾਇਦਾ ਹੀ ਫਾਇਦਾ। ਇਹ ਜਿਹੜੀ ਪੁੱਠੀ ਜੀ ਰਾਏ ਕਿਹਨੇ ਦਿੱਤੀ ਹੋਈ ਅੰਦਾਜ਼ਾ? ਸਾਰੇ ਹੀ ਜਿਹੜੇ ਭਾਈਵਾਲ ਪਾਰਟੀਆਂ ਸੀ ਉਹਨਾਂ ਨੇ, ਸਾਰਿਆਂ ਨੇ। ਉਹ ਖੁਦ ਸੀਨੀਅਰ ਵੀ ਬਹੁਤ ਸੀ, ਉਹਨਾਂ ਦੀ ਇੱਜ਼ਤ ਵੀ ਬਹੁਤ ਕਰਦੇ। ਹੁਣ ਤੁਸੀਂ ਮੈਨੂੰ ਕਹੋ ਕਿ ਵਲਗਰ ਸੌਂਗ ਨਹੀਂ ਹੈ, ਗਾ ਮੈਂ, ਇਹ ਤਾਂ ਬਹੁਤ ਹੀ ਅੱਛਾ ਸੌਂਗ ਆ। ਇਹ ਤਾਂ ਸ਼ਿਵ ਨੇ ਵੀ ਕਿਹਾ ਕਿ ਸੜਕਾਂ ਤੇ ਅੱਗ ਤੁਰੀ ਪਰਦੇਸ, ਤੇ ਮੈਂ ਕਨਵਿੰਸ ਹੋ ਕੇ ਗਾਦਾ। ਤੇ ਮੈਂ ਵੀ ਘਿਰ ਗਿਆ ਸੀ ਨਾ ਵੀ ਕਿੱਥੇ ਸੂਫੀ ਗਾ ਰਿਹਾ, ਕਿੱਥੇ ਇੱਦਾਂ ਦਾ। ਮੈਂ ਗਾਉਣ ਤੋਂ ਪਹਿਲਾਂ ਹਮੇਸ਼ਾ ਸੋਚਿਆ ਸੀ ਇਹ ਗੀਤ ਮੇਰੀ ਧੀ, ਮੇਰੀ ਭੈਣ, ਮੇਰੀ ਮਾਂ ਸੁਣ ਸਕੇ, ਤੇ ਵੀਡੀਓ ਐਸੇ ਬਣਾਵਾਂ ਵੀ ਟੀਵੀ ਦੇਖਦੇ ਦੇਖਦੇ ਮੇਰੀ ਮਾਂ ਨੂੰ ਅੰਦਰ ਨਾ ਜਾਣਾ ਪਵੇ। ਲੇਕਿਨ ਇਹ ਮੇਰੇ ਤੋਂ ਮਿਸਫਾਇਰ ਹੋ ਗਿਆ ਸੀ। ਤੇ ਅਜੇ ਤੱਕ ਪੁੱਛਦੇ ਵੀ ਤੂੰ ਆ ਵੀ ਗਾਇਆ ਸੀ। 35 ਸਾਲ ਵਧੀਆ ਗਾਇਆ ਇੱਕ ਗਾਣਾ ਵੱਲੋਂ ਇਸ ਦਾ। ਤਾਂ ਇਸ ਤਰ੍ਹਾਂ ਕਈ ਵਾਰੀ ਸਲਾਹ ਜਿਹੜੀ ਦਿੱਤੀ ਤੇ ਸਾਰਿਆਂ ਨੇ ਸੀ। ਉਦੋਂ ਤੁਸੀਂ ਦੇਖਿਆ ਗੁਣਗਾਨ ਹੀ ਬੜਾ ਗਾਉਂਦੇ ਸੀ, ਕਹਿੰਦੇ ਸੀ ਇਹ ਤਾਂ ਲਾਟਰੀ ਕੱਢਤੀ ਕਿਸਾਨਾਂ ਦੀ ਮੋਦੀ ਸਾਹਿਬ ਨੇ। ਬਸ ਉਹ ਜਦੋਂ ਰਿਐਕਸ਼ਨ ਦੇਖਿਆ ਛੱਡ ਗਏ ਸਾਰੇ। ਕਰੀਏ ਕੀ, ਕਿੱਥੇ ਜਾਈਏ? ਬਿਲਕੁਲ ਠੀਕ। ਤੇ ਕੀ ਕਹਿਣਾ ਚਾਹੋਗੇ? ਮਰ ਗਿਆ ਤਾਂ ਮੁੱਕਰ ਗਿਆ ਦਾ ਤੁਸੀਂ ਫੜੋਗੇ ਕੀ, ਹੈ ਨਾ? ਬਿਲਕੁਲ ਸਹੀ ਗੱਲ ਆ। ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਵੀ ਜੇਕਰ ਕਿਸਾਨ ਭਰਾਵਾਂ ਨੂੰ ਇਸ ਵਕਤ ਮੰਗ ਮੰਨ ਕੇ ਸੰਤੁਸ਼ਟ ਕਰਨਾ ਹੋਵੇ ਤਾਂ ਉਹਦੇ ਲਈ ਕਿੰਨਾ ਕੁ ਸਮਾਂ ਲੱਗੂਗਾ? ਅੰਦਾਜ਼ਾ ਹੁੰਦਾ, ਪਤਾ ਹੁੰਦਾ ਵੀ ਸਾਡੀ ਪਾਰਟੀ ਦੇ ਨੇਤਾ ਕਿੱਥੇ ਜੇ ਖੜੇ ਆ, ਉਹ ਕੀ ਕਰ ਰਹੇ ਆ, ਕਿੰਨੀ ਕੁ ਦੇਰ 'ਚ ਮਸਲਾ ਹੱਲ ਕਰਨਗੇ? ਕਿਸਾਨ ਕਹਿੰਦੇ ਮਸਲਾ ਹੱਲ ਕਰਾਏ ਬਿਨਾਂ ਤਾਂ ਜਾਣਾ ਨਹੀਂ, ਭਾਵੇਂ ਵਿਸਾਖੀ ਵੀ ਇੱਥੇ ਮਨਾਉਣੀ ਪਵੇ ਤੇ ਭਾਵੇਂ 2024 ਤੱਕ ਸਾਨੂੰ ਬਰਾਬਰ ਦੀ ਬਰਾਬਰ ਆਪਣਾ ਅੰਦੋਲਨ ਕਿਉਂ ਨਾ ਜਾਰੀ ਰੱਖਣਾ ਪਵੇ। ਅੰਦਾਜ਼ਾ ਕਿੰਨੀ ਕੁ ਦੇਰ ਦੇ ਵਿੱਚ ਮਸਲਾ ਹੱਲ ਕਰ ਦੂ ਤੁਹਾਡੀ ਪਾਰਟੀ? ਮੈਂ ਤਾਂ ਚਾਹੁੰਦਾ ਹੁਣ ਆਪਣਾ ਇੰਟਰਵਿਊ ਖਤਮ ਨਾ ਹੋ ਜਾਏ ਤਾਂ ਜਲਦੀ ਜਲਦੀ। ਕੌਣ ਨਹੀਂ ਚਾਹੁੰਦਾ? ਕਿੱਡੀ ਵੱਡਾ ਦਿਨ ਹੋਏਗਾ ਜਦੋਂ ਮਸਲਾ ਖਤਮ ਹੋਵੇ। ਨਾਲੇ ਮੈਂ ਤਾਂ ਹੈ ਹੀ ਉਹਨਾਂ 'ਚੋਂ ਜਿਹੜੇ ਸ਼ਾਗਿਰਦ ਉਹਨਾਂ ਦਾ, ਜਿਹੜੇ ਕਹਿੰਦੇ ਹੁੰਦੇ ਸਰਦਾਰੀਆਂ ਕਾਇਮ ਭਾਗ ਲੱਗੇ ਰਹਿਣ। ਮੈਂ ਤਾਂ ਖੈਰ ਹੀ ਮਨਾਉਣੀ ਆ ਗਾਉਣ ਦੇ ਹਵਾਲੇ ਨਾਲ ਵੀ, ਵੈਸੇ ਵੀ। ਮੈਂ ਤਾਂ ਕਹਿੰਦਾ ਸਭ ਦੀਆਂ ਜ਼ਮੀਨਾਂ ਰੱਬ ਵਾਪਸ ਕਰੇ, ਸਰਦਾਰੀਆਂ ਕਾਇਮ ਰਹਿਣ। ਉਹਦੇ ਵਿੱਚੋਂ ਮਰੂੰਡੇ ਜਿਹੜੇ ਸੀਰੀ ਲੱਗੇ ਰਹਿ, ਉਹ ਵੀ ਪੰਚਾਇਤੀ ਜ਼ਮੀਨਾਂ ਉਹਨਾਂ ਨੂੰ ਮਿਲ ਜਾਣ। ਸ਼ਾਮ ਲਾਟਾਂ ਅੱਗੇ ਰੂੜੀ ਸੁੱਟਣ ਲਈ ਵੀ ਛੱਡੀਆਂ ਹੁੰਦੀਆਂ ਸੀ, ਹੁਣ ਤਾਂ ਉੱਥੇ ਰੂੜੀ ਪਿੰਡਾਂ 'ਚ ਸੁੱਟਣ ਲਈ ਵੀ ਕੋਈ ਜ਼ਮੀਨ ਨਹੀਂ ਗੀ। ਉਹ ਗਰੀਬਾਂ ਦਾ ਵੀ ਹੱਕ ਉਹਨਾਂ ਨੂੰ ਰੱਬ ਵਾਪਸ ਦੇ ਦੇਵੇ। ਉਹਦੇ ਵਿੱਚ ਜਿੱਦਾਂ ਹੁਣ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕਾ ਨਾਮ, ਜਿੱਥੇ ਕੋਈ ਗਮ ਨਹੀਂ। ਉਹ ਕਹਿੰਦੇ ਸਭ ਨੂੰ ਛੱਤ ਮਿਲੇ, ਸਭ ਨੂੰ ਅੰਨ ਮਿਲੇ, ਫੇਰ ਰਵਿਦਾਸ ਮਹਾਰਾਜ ਪ੍ਰਸੰਨ ਹੁੰਦੇ। ਇੱਦਾਂ ਹੀ ਗੁਰੂ ਨਾਨਕ ਸਾਹਿਬ ਨੇ, ਕਿਹੜੇ ਗੁਰੂ ਨੇ ਇਨਸਾਨੀਅਤ ਦੀ ਗੱਲ ਨਹੀਂ ਕੀਤੀ? ਸਾਨੂੰ ਸਾਡੀ ਰਹਿਨੁਮਾਈ ਤੇ ਸਾਡੇ ਗੁਰੂ ਹੀ ਕਰਦੇ ਆ। ਮੈਂ ਤੇ ਕਹਿੰਦਾ ਇਹ ਸੱਚੇ ਪਾਤਸ਼ਾਹ ਸਰਦਾਰੀਆਂ ਕਾਇਮ ਰਹਿਣ, ਸਰਦਾਰੀਆਂ ਕਾਇਮ ਰਹਿਣ ਤੇ ਭਾਗ ਲੱਗੇ ਰਹਿਣ। ਗਾਉਣ ਵਜਾਉਣ ਅਸੀਂ ਜਾਣਾ ਹੀ ਜਾਣਾ, ਸਾਰਿਆਂ ਨੇ ਜਾਣਾ, ਭਾਵੇਂ ਮੈਂ ਕੁਛ ਵੀ ਹੋ ਜਾ। ਗਾਣਾ ਤਾਂ ਮੇਰੀ ਜ਼ਿੰਦਗੀ ਆ, ਮੇਰੇ ਬੱਚੇ ਵੀ ਗਾਉਂਦੇ ਆ, ਜਿਹੜੇ ਐਜੀਟੇਸ਼ਨ 'ਚ ਉਹ ਵੀ ਮੇਰੇ ਪੁੱਤਰਾਂ ਵਾਂਗ ਆ, ਭਰਾਵਾਂ ਵਾਂਗ ਆ। ਤੇ ਮੈਂ ਤੇ ਇਹ ਚਾਹਾਂਗਾ ਕਿ ਸਭ ਨੂੰ ਜ਼ਮੀਨਾਂ ਦੇ ਹੱਕ ਮਿਲਣ, ਜ਼ਮੀਨਾਂ ਦੇ ਮਾਲਕ ਬਣੇ ਰਹਿਣ। ਤੇ ਈਵਨ ਇੰਨੀ ਖੁਸ਼ੀ 'ਚ ਆ ਜਾਣ ਸਾਰੇ ਜ਼ਿਮੀਂਦਾਰ ਕਿ ਕਹਿਣ ਜਾਓ ਇਹ ਤੁਸੀਂ ਪੁਸ਼ਤਾਂ ਤੋਂ ਸੀਰੀ ਲੱਗੇ ਰਹੇ, ਨੌਕਰ ਲੱਗੇ ਰਹੇ, ਉਹ ਤੁਹਾਡਾ ਹੱਕ ਵੀ ਸੀ ਬਣਦਾ ਜ਼ਮੀਨਾਂ। ਬਾਬਾ ਬੰਦਾ ਸਿੰਘ ਬਹਾਦਰ ਨੇ ਇਨਸਾਫ ਹੀ ਕੀਤਾ ਹੋਣਾ, ਉਹਨਾਂ ਗਰੀਬਾਂ ਨੂੰ ਵੀ ਜ਼ਮੀਨਾਂ ਦਿੱਤੀਆਂ ਹੋਣੀਆਂ। ਉਹਨਾਂ ਦਾ ਵਾਸਤਾ ਹੀ ਲੈ ਕੇ ਉਹ ਵੀ ਪੰਚਾਇਤੀ ਜ਼ਮੀਨਾਂ ਗਰੀਬਾਂ 'ਚ ਵੰਡ ਦੇਣ। ਉਹਦੇ 'ਚ ਕਿੰਨੀਆਂ ਜ਼ਾਤਾਂ ਨੇ, ਕੋਈ ਇੱਕ ਜ਼ਾਤ ਦੀ ਗੱਲ ਨਹੀਂ। ਮਜ਼੍ਹਬੀ ਸਿੱਖ ਹੈ, ਰਵਿਦਾਸੀਆ ਕੌਮ ਹੈ, ਰਵਿਦਾਸ ਮਹਾਰਾਜ ਨੂੰ ਐਸੀ 'ਚ ਤਾਂ ਬਹੁਤ ਆ, ਚਮਾਰ, ਕੁਮਾਰ, ਲੋਹਾਰ, ਨਾਈ, ਛੀਂਬੇ, ਪੰਜ ਪਿਆਰੇ ਤੁਸੀਂ ਦੇਖ ਲਓ, ਸਾਰੀਆਂ ਜਾਤਾਂ। ਅਸੀਂ ਤਾਂ ਐਡਾ ਸੋਹਣਾ ਗੁਲਦਸਤਾ ਆ। ਤਾਂ ਉਹਨਾਂ ਨੇ ਤਾਂ ਜ਼ਾਤ ਪਾਤ ਦਾ ਖਾਤਮਾ ਕੀਤਾ, ਫੜਸੇ ਵੱਢਤੇ ਸੀ ਜ਼ਾਤ ਪਾਤ ਦੇ। 10 ਗੱਦੀਆਂ ਨੇ ਪ੍ਰਚਾਰ ਹੀ ਇਹ ਕੀਤਾ ਕਿ ਦੇਰ ਇਜ਼ ਨੋ ਕਾਸਟਿਜ਼ਮ। ਅਗਰ ਸਿੱਖ ਆ ਤਾਂ ਸਿੱਖ ਆ, ਰੌਲਾ ਹੀ ਕੋਈ ਨਹੀਂ। ਇਨਸਾਨ ਆ ਤੇ ਇਨਸਾਨ ਹੀ ਆ। ਮੈਂ ਤਾਂ ਕਹਿੰਦਾ ਕਾਣੀ ਵੰਡ ਹੋਵੇ ਹੀ ਨਾ, ਸਭ ਨੂੰ ਸਭ ਦੀਆਂ ਮੌਜਾਂ ਲੱਗੀਆਂ ਰਹਿਣ। ਕਿੱਡੀ ਸੋਹਣੀ ਗੱਲ ਹੋਏਗੀ। ਬੇਜ਼ਮੀਨਿਆਂ ਨੂੰ ਜ਼ਮੀਨਾਂ ਵੀ ਮਿਲ ਜਾਣ, ਜ਼ਮੀਨਾਂ ਦੇ ਮਾਲਕ ਬਣੇ ਰਹਿਣ। ਉਹ ਧਰਤੀ ਜਿੱਥੇ ਬੰਦਾ ਵੱਢ ਕੇ ਵੀ ਦੱਬ ਦਿੰਦੇ ਸੀ ਤੇ ਉੱਗ ਪੈਂਦਾ ਸੀ, ਉਹ ਧਰਤੀ ਦੀ ਹਾਲਤ ਤੇ ਦੇਖੋ। ਮੈਂ ਤਾਂ ਆਪਣੀ ਪਹਿਲੀ ਤਕਰੀਰ ਵਿੱਚ ਕਿਹਾ ਸੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੈਂ ਨਾਂ ਲਿਆ ਸੀ ਜਦੋਂ ਪਹਿਲੀ ਵਾਰੀ ਤਕਰੀਰ ਕੀਤੀ। ਤੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਨਾ ਜ਼ਮੀਨਾਂ ਬਚਾ ਸਕੇ ਤੇ ਨਾ ਜਵਾਨੀ ਬਚਾ ਸਕੇ। ਤੇ ਜ਼ਮੀਨਾਂ, ਪਾਣੀ ਦਾ ਲੈਵਲ ਦੇਖ ਲਓ, ਕੈਂਸਰ ਟ੍ਰੇਨਾਂ ਤੇ ਚੱਲਣ ਡੀਆਂ ਉੱਥੋਂ। ਜ਼ਮੀਨ ਅਸੀਂ ਅੱਗੇ, ਮੈਂ
ਬਚਪਨ ਯਾਦ ਆਉਂਦਾ, ਸਾਡੇ ਪਿੰਡਾਂ ਵੱਲ ਤਾਂ ਟਿੱਬੇ ਟੁੱਬੇ ਹੁੰਦੇ ਸੀ, ਮੂੰਗਫਲੀ ਉੱਗਦੀ ਹੁੰਦੀ ਸੀ ਸਿਰਫ। ਅਸੀਂ ਡੰਗਰ ਡੁੰਗਰ ਚਾਲ ਜਾਣਾ ਮੱਝਾਂ, ਤੇ ਇੱਦਾਂ ਹੱਥ ਨਾਲ ਕਰਨੀ ਤੇ ਪਾਣੀ ਆ ਜਾਣਾ ਉੱਤੇ, ਤੇ ਨਹਿਰਾਂ 'ਚ ਡੀਕ ਲਾ ਕੇ ਪੀਂਦੇ ਹੁੰਦੇ। ਕਾਹਦੀ ਤਰੱਕੀ ਕੀਤੀ ਅਸੀਂ ਤਾਂ ਨਰਕ ਭੋਗ ਰਹੇ ਹਾਂ, ਪਾਣੀ ਪੀਣ ਦੇ ਯੋਗ ਨਹੀਂ ਸਾਡਾ। ਅੱਗੇ ਬਿਮਾਰ ਠਮਾਰ ਹੋਣਾ, ਕਹਿਣਾ ਖੇਤਾਂ ਵੱਲ ਜਾਇਓ, ਗੇੜਾ ਮਾਰ ਕੇ ਆਉਣਾ, ਤੰਦਰੁਸਤ ਹੋ ਜਾਂਦੇ ਸੀ। ਹੁਣ ਜਿਹਨੇ ਬਿਮਾਰ ਹੋਣਾ, ਜਿਹੜਾ ਠੀਕ ਰਵੇ ਨਾ ਤੰਦਰੁਸਤ ਨੂੰ, ਕਿ ਖੇਤਾਂ ਵੱਲ ਭੇਜ ਦਿਓ। ਇੰਨੇ ਕੈਮੀਕਲਸ ਧਰਤੀ ਦੀ ਹਿੱਕ ਚੀਰ ਕੇ ਪਤਾ ਨਹੀਂ ਅਸੀਂ ਕੀ ਕੱਢੀ ਜਾਂਦੇ ਹਾਂ। ਜਿਹੜੀਆਂ ਜ਼ਮੀਨਾਂ ਬਚਣ, ਉੱਥੇ ਔਰਗੈਨਿਕ ਖੇਤੀ ਹੋਵੇ, ਪੰਜਾਬ ਫਿਰ ਹਰਿਆ ਭਰਿਆ ਹੋਵੇ, ਫਿਰ ਉਹੀ ਵਿਸਾਖੀ ਉਹ ਟੌਰ ਨਾ ਮਨਾਈਏ ਤੇ ਯਾਰ ਗਾਉਣ ਫਿਰ ਪੰਜਾਬੀਆਂ ਦੀ ਸ਼ਾਨ ਵੱਖਰੀ। ਚਲੋ ਬਹੁਤ ਮਿਹਰਬਾਨੀ ਹੰਸ ਜੀ ਤੁਹਾਡੀ, ਤੁਸੀਂ ਵਕਤ ਦਿੱਤਾ ਗੱਲਬਾਤ ਕਰਨ ਦੇ ਲਈ। ਤੇ ਤੁਹਾਡੀ ਪਾਰਟੀ ਛੇਤੀ ਕਿਸਾਨ ਮੰਗਾਂ ਮੰਨੇ ਤੇ ਕਿਸਾਨ ਚਾਈ ਘਰਾਂ ਨੂੰ ਵਾਪਸ ਪਰਤਣ, ਕਿਉਂਕਿ ਸੱਚੀ ਮੁੱਚੀ ਇਸ ਵਕਤ ਅੰਦੋਲਨ ਦੇ ਵਿੱਚ ਜੋਸ਼ ਬਹੁਤ ਆ, ਪਰ ਫਿਕਰ ਵੀ ਇਸ ਗੱਲ ਦਾ ਵੱਧਦਾ ਕਿਉਂਕਿ ਹਰ ਰੋਜ਼ 3-4 ਲਾਸ਼ਾਂ ਪੰਜਾਬ ਨੂੰ ਜਾ ਰਹੀਆਂ। ਦੁੱਖ ਹੁੰਦਾ ਇਸ ਗੱਲ ਦਾ, ਸਾਡੇ ਟੱਬਰ ਦੇ ਜੀ ਮਰ ਰਹੇ ਆ। ਬਹੁਤ ਬਹੁਤ ਮਿਹਰਬਾਨੀ ਤੇ ਸਾਰਾ ਕੁਝ ਠੀਕ ਹੋਵੇ ਜੀ, ਸਾਰਾ ਕੁਝ ਠੀਕ ਹੋਵੇ। ਦੇਖੋ ਕਿੱਡੀ ਸੋਹਣੀ ਗੱਲ ਰੱਬ ਵੱਲੋਂ ਹੀ, ਮੇਰੇ ਰੱਬ ਨੇ ਕਹਾਤੀ ਆ ਕਿ ਜਿੱਦਾਂ ਨਾਰਾ ਲੱਗਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਤੇ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਮਿਲੇ ਤੇ ਕਿੱਡੀ ਚੰਗੀ ਹੋਵੇ ਜੇ ਪੱਲੇਦਾਰ, ਸੀਰੀ, ਤੇ ਜਿਹੜੇ ਜੁੱਤੀਆਂ ਸੀਂਦੇ ਰਹੇ ਉਹ, ਤੇ ਜਿਹੜੇ ਲੁਹਾਰ ਸੇਪੀ ਤੇ ਕੰਮ ਕਰਦੇ ਸੀ, ਤਖਾਣ ਸੇਪੀ ਤੇ ਕੰਮ ਕਰਦੇ ਸੀ, ਸਭ ਨੂੰ ਜ਼ਮੀਨਾਂ ਮਿਲਣ, ਮੌਜਾਂ ਲੱਗਣ, ਥੋੜ੍ਹੀਆਂ ਜ਼ਮੀਨਾਂ ਕਿਤੇ, ਲੇਕਿਨ ਕਾਣੀ ਵੰਡ ਨਾ ਹੋਵੇ। ਇਹ ਨਾ ਹੋਵੇ ਇੱਕ ਗਰੀਬ ਜੱਟ ਫਾਹੇ ਲੈ ਰਿਹਾ, ਉਹ ਗਰੀਬ ਜੱਟ ਜੇ 'ਚੋਂ 2 ਏਕੜ ਉਹਨੂੰ 10 ਏਕੜ ਦੇ ਦਿਓ, ਕਿੱਡੀ ਸੋਹਣੀ ਗੱਲ। ਉਹ ਵੀ ਜੱਟ ਫਿਰ ਦਮਾਮੇ ਮਾਰਦਾ ਜਾਊਗਾ ਵਿਸਾਖੀ ਨੂੰ। ਤੇ ਜਿਹੜਾ ਮਜ਼ਹਬੀ ਪੁਸ਼ਤਾਂ ਤੋਂ ਕਹਿੰਦੇ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਭਰਾ ਹੀ ਸਕਿਆ ਵਾਂਗ, ਉਹਨਾਂ ਨੂੰ ਕਹੋ ਲੈ ਬਈ ਬੰਦਿਓ, ਰੱਬ ਦਿਓ, ਤੁਸੀਂ ਭਰਾਵਾਂ ਵਾਲਾ ਰੋਲ ਕੀਤਾ, ਸਾਡੇ ਨਾਲ ਵਫਾ ਵੀ ਬਹੁਤ ਕੀਤੀ, ਲਓ ਤੁਹਾਡੀ ਬਣਦੀ ਜ਼ਮੀਨ ਤੁਹਾਨੂੰ, ਪੰਚਾਇਤੀਆਂ ਜ਼ਮੀਨਾਂ ਛੱਡ ਦਿਓ, ਸਾਰਾ ਮੌਜਾਂ ਲੱਗੀਆਂ ਰਹਿਣ। ਮੈਂ ਤਾਂ ਕਹਿੰਦਾ ਕਿ ਸਮ ਵਸਣ, ਇੱਕ ਲੈਵਲ ਹੋਵੇ ਸਭ ਦਾ। ਇਹ ਨਹੀਂ ਕਿ ਇੱਕ ਤੋਂ ਲੰਗਰ ਸਾਂਭਿਆ ਨਾ ਜਾਵੇ, ਉਹਦੇ ਕੁੱਤੇ ਵੀ ਖਾਣ ਕੇ ਕਿਤੇ ਇਹ ਬੰਦੇ ਭੁੱਖ ਦੁੱਖੋਂ ਯਾਨੀ ਖੁਦਕਸ਼ੀਆਂ ਕਰਨ, ਕਰਜ਼ਾਈ ਹੋ ਕੇ ਖੁਦਕਸ਼ੀਆਂ ਕਰਨ। ਗਰੀਬ ਜੱਟ ਆ, ਉਹਨੂੰ ਲੱਭੋ, ਉਹਨੇ ਕਿਉਂ ਫਾਹਾ ਲਿਆ, ਅੱਗੋਂ ਦੇਖੋ ਕੋਈ ਕਰਜ਼ੇ ਦੀ ਵਜ੍ਹਾ ਨਾਲ ਫਾਹਾ ਨਾ ਲਵੇ, ਤੇ ਕਿੱਡੀ ਸੋਹਣੀ ਗੱਲ ਹੋਏਗੀ। ਇਹ ਤਾਂ ਕਮਾਲ ਦੇ ਲੋਕ ਆ। ਤਾਂ ਰੱਬ ਤੋਂ ਤੁਹਾਨੂੰ ਪਤਾ ਨਹੀਂ, ਗਊਆਂ ਵੀ ਚਰਾ ਲਈਆਂ ਸੀ ਤੇ ਨੱਕੇ ਵੀ ਮੜਾ ਲਿਆ ਸੀ ਧੰਨੇ ਨੇ, ਕਿਹਾ ਨਹੀਂ ਉਹਨੇ, ਰੱਸਾ ਪਾ ਲਿਆ ਉਹਨੇ, ਕਿਹਾ ਖਾ ਲੈ ਠਾਕਰਾ ਮਕਈ ਦੀਆਂ ਰੋਟੀਆਂ, ਜੱਟਾਂ ਦੇ ਘਰੀ ਸਾਗ ਰਿੱਝਦੇ ਆ, ਇੱਥੇ ਗੋਪਾਲਾ ਉਹ ਨਹੀਂ ਭਾਂਤ ਪਾਉਂਦੇ, ਇੱਥੇ ਤਾਂ ਸਾਗ ਖਾ ਲਾ ਮੱਕੀ। ਤੇ ਕਮਾਲ ਦੀ ਕੌਮ ਹੈ ਯਾਰ, ਦਰਿਆ ਦਿਲ ਬਣੋ, ਦਿਖਾਓ ਪੰਜਾਬੀਅਤ ਕੀ ਆ। ਤੇ ਅਖੀਰ 'ਚ ਮੈਂ ਇਹੀ ਕਹੂੰਗਾ ਕਿ ਕੁਛ ਲੋਕ ਜਾਗਦੇ ਆ, ਉਹ ਸੋਚਦੇ ਮੰਜੇ ਤੋਂ ਉੱਠ ਪਏ ਤਾਂ ਅਸੀਂ ਜਾਗ ਪਏ ਹਾਂ। ਜਾਗਣਾ ਇਹਦਾ ਨਾਂ ਨਹੀਂ ਹੈ, ਜਾਗਣਾ ਮਸਤਕ ਦਾ ਨਾਮ ਹੈ। ਜੇ ਜਾਗਦੇ ਹੁੰਦੇ ਤੇ ਇਹ ਸ਼ੇਰ ਨਾ ਲਿਖਣਾ ਪੈਂਦਾ ਕਿ ਚਿਹਰਾ ਬਤਾ ਰਹਾ ਥਾ, चेहरा बता रहा था कि मरा है भूख से, सब लोग कह रहे थे कुछ खा के मर गया। तो देख लो, कहंदा की दसा मैं किहड़ी गल्लों जित्ती बाजी हार गया, ਉਹ ਜਿਹਨੂੰ ਵੀ ਮੈਂ ਮੁਨਸਫ ਮੰਨਿਆ ਉਹੀਓ ਮੈਨੂੰ ਚਾਰ ਗਿਆ। ਨਹਿਰ ਕਿਨਾਰੇ ਮੇਲਾ ਲੱਗਾ, ਲੋਕੀ ਪੁੱਛਦੇ ਫਿਰਦੇ ਨੇ ਇਹ ਡੁੱਬਣ ਵਾਲਾ ਕਾਗਜ਼ ਦੀ ਬੇੜੀ ਨੂੰ ਕਾਹਨੂੰ ਤਾਰ ਗਿਆ। ਸਾਨੂੰ ਸਾਡੇ ਰਹਿਨੁਮਾ ਹੀ ਨਹੀਂ ਚੰਗੇ ਮਿਲੇ, ਸਾਡੇ ਪੰਜਾਬ ਦੇ ਹੈੱਡ ਚੰਗੇ ਹੁੰਦੇ ਤੇ ਸਾਡੀ ਇਹ ਹਾਲਤ ਨਾ ਹੁੰਦੀ। ਸਾਡੀ ਹਾਲਤ ਹੀ ਸਾਡੇ ਰਹਿਨੁਮਾਵਾਂ ਨੇ ਕੀਤੀ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ। ਤੇ ਫਿਲਹਾਲ ਦੇ ਲਈ ਟਾਣਾ ਸਾਹਿਬ ਪ੍ਰੋਗਰਾਮ ਨੂੰ ਸਮੇਟੀਏ। ਫਿਲਹਾਲ ਦੇ ਲਈ ਸਾਡੇ ਜਾਣ ਦਾ ਹੋ ਗਿਆ ਵੇਲਾ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ।